ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਸਾਹਿਬ ਜੀ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਇ, ਕਰ ਕਰ ਕਰਣਾ ਲਿਖ ਲੈ ਜਾਓ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠ ਕੇ ਅੰਮ੍ਰਿਤ ਵੇਲੇ ਗੁਰਦੀਵਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਸੰਗੀ ਜਨੋ, ਆਪ ਜੀ ਨੇ ਅੰਮ੍ਰਿਤ ਵੇਲੇ ਦੇ ਨੇਮ ਤੋਂ ਉਪਰੰਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਸਰਵਣ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਮ ਰਚਨਾ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਨ ਦੇ ਲਈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋਏ ਹੋ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਲੜੀ ਦੇ ਵਿੱਚ ਅਸੀਂ 19 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 20ਵੀਂ ਪੌੜੀ ਦੀ ਵਿਚਾਰ ਰਲ ਮਿਲ ਕੇ ਸਾਂਝੀ ਕਰਨੀ ਹੈ। ਜਪਜੀ ਸਾਹਿਬ ਜਿਵੇਂ ਵਿਚਾਰ ਕਰਦੇ ਆ ਰਹੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਮ ਰਚਨਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਸਭ ਤੋਂ ਪਹਿਲੀ ਬਾਣੀ ਹੈ। ਸਿੱਖ ਜਗਤ ਦੇ ਅੰਦਰ ਜਿੱਥੇ ਉਸ ਦੇ ਨੇਮ ਦਾ ਇੱਕ ਹਿੱਸਾ ਹੈ, ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਹੀ ਜਪਜੀ ਸਾਹਿਬ ਹੈ। ਹਰ ਬੱਚੇ ਦੇ ਮੂੰਹ 'ਤੇ ਜ਼ੁਬਾਨ 'ਤੇ ਬਾਣੀ ਚੜ੍ਹੀ ਹੋਈ ਹੈ। ਭਾਵੇਂ ਪੂਰਨ ਰੂਪ ਦੇ ਵਿੱਚ ਕਈਆਂ ਨੂੰ ਇਹ ਬਾਣੀ ਪੂਰੀ ਤਰ੍ਹਾਂ ਯਾਦ ਨਾ ਹੋਵੇ, ਪਰ ਕੁਝ ਨਾ ਕੁਝ ਪੌੜੀਆਂ ਦਾ ਪਾਠ ਹਰ ਇੱਕ ਸਿੱਖ ਜ਼ਰੂਰ ਇਸ ਪਾਵਨ ਬਾਣੀ ਦਾ ਕਰਦਾ ਹੈ। ਇਸ ਲਈ ਇਹ ਜੋ ਪਾਵਨ ਬਾਣੀ ਹੈ, ਇਸ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਮੂਲ ਵੀ ਕਹਿ ਸਕਦੇ ਹਾਂ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣਾ ਹੋਵੇ ਤਾਂ ਜਪਜੀ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣਾ ਅਤਿ ਜ਼ਰੂਰੀ ਹੈ। ਗੁਰੂ ਸਾਹਿਬ ਅੱਜ ਦੀ ਇਸ ਪਾਵਨ ਪੌੜੀ ਦੇ ਵਿੱਚ ਜੋ ਅੱਖਰੀ ਅਰਥ ਸਾਨੂੰ ਬਖਸ਼ਿਸ਼ ਕਰਦੇ ਹੈ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇਹ। ਕਹਿੰਦੇ ਜੇ ਸਾਡੇ ਹੱਥ ਪੈਰ, ਇਹ ਸਰੀਰ ਜਾਂ ਇਸ ਸਰੀਰ ਦੇ ਬਾਕੀ ਅੰਗ ਹਿੱਸੇ ਮਿੱਟੀ ਘੱਟੇ ਦੇ ਨਾਲ ਜੇ ਲਿਬੜ ਜਾਣ, ਗੰਦੇ ਹੋ ਜਾਣ, ਤਾਂ ਪਾਣੀ ਨਾਲ ਧੋ ਕੇ ਉਹ ਮਿੱਟੀ ਘੱਟਾ ਉਤਰ ਜਾਂਦਾ ਹੈ। ਇਸੇ ਤਰ੍ਹਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਐ ਉਹ ਧੋਏ। ਜੇ ਸਾਡਾ ਕੱਪੜਾ ਮਲ ਮੂਤਰ ਦੇ ਨਾਲ ਗੰਦਾ ਹੋ ਜਾਏ ਤਾਂ ਉਹਨੂੰ ਵੀ ਸਾਬੁਨ ਲਗਾ ਕੇ, ਕੋਈ ਹੋਰ ਡਿਟਰਜੈਂਟ ਲਗਾ ਕੇ
ਉਹਨੂੰ ਧੋ ਕੇ ਸਾਫ਼ ਕੀਤਾ ਜਾ ਸਕਦਾ ਹੈ। ਪਰਿਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਗੁਰੂ ਸਾਹਿਬ ਨੇ ਦੁਨਿਆਵੀ ਉਦਾਹਰਨਾਂ ਦੇ ਕੇ ਇਹ ਗੱਲ ਸਮਝਾਈ ਕਿ ਜੇ ਸਾਡੀ ਮਤ ਬੁੱਧੀ ਪਾਪਾਂ ਦੇ ਨਾਲ ਲਿਬੜ ਜਾਏ, ਪਾਪਾਂ ਦੇ ਨਾਲ ਮੈਲੀ ਹੋ ਜਾਏ, ਮਲੀਨ ਹੋ ਜਾਏ, ਤਾਂ ਇਸ ਨੂੰ ਬਾਹਰਲੇ ਤਲ 'ਤੇ ਧੋਤਿਆਂ ਸਾਫ਼ ਨਹੀਂ ਕੀਤਾ ਜਾ ਸਕਦਾ। ਇੱਕੋ ਹੀ ਤਰੀਕਾ ਹੈ, ਉਹ ਹੈ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ, ਉਸ ਦੀ ਸਿਫਤ ਸਲਾਹ ਦੇ ਨਾਲ ਜੁੜ ਕੇ, ਉਸ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਆਪਣੀ ਮਤ ਜਿਹੜੀ ਮੈਲੀ ਹੋ ਚੁੱਕੀ ਹੈ, ਮਲੀਨ ਹੋ ਚੁੱਕੀ ਹੈ, ਉਸ ਨੂੰ ਧੋਤਾ ਜਾ ਸਕਦਾ ਹੈ। ਭਾਵ ਕੇਵਲ ਨਾਮ ਹੀ ਇੱਕ ਤਰੀਕਾ ਹੈ ਆਪਣੀ ਮਲੀਨ ਹੋਈ ਮਤ ਬੁੱਧੀ ਨੂੰ ਸਾਫ਼ ਕਰਨ ਦਾ। ਜਿਵੇਂ ਦੁਨਿਆਵੀ ਤਲ 'ਤੇ ਅਸੀਂ ਵਿਚਰਦੇ ਹਾਂ, ਸਾਡਾ ਤਨ ਮੈਲਾ ਹੋ ਜਾਏ, ਸਾਡੇ ਸਰੀਰ ਦੇ ਅੰਗ ਕਿਤੇ ਮਿੱਟੀ ਘੱਟੇ ਨਾਲ ਲਿਬੜ ਜਾਣ, ਤਾਂ ਉਹਨੂੰ ਧੋਤਿਆਂ ਸਾਫ਼ ਕੀਤਾ ਜਾ ਸਕਦਾ ਹੈ। ਇਸ ਸਰੀਰ ਨੂੰ ਕੱਪੜਾ ਮੈਲਾ ਹੋ ਜਾਏ, ਮਲ ਮੂਤਰ ਦੇ ਨਾਲ ਗੰਦਾ ਹੋ ਜਾਏ, ਉਹਨੂੰ ਸਾਬਣ ਲਾ ਕੇ ਧੋਤਿਆਂ ਸਾਫ਼ ਕੀਤਾ ਜਾ ਸਕਦਾ ਹੈ। ਪਰ ਜੇ ਇਹ ਮਤ, ਇਹ ਬੁੱਧੀ ਪਾਪਾਂ ਦੇ ਨਾਲ ਮੈਲੀ ਹੋ ਜਾਏ, ਭਾਵ ਮਾੜੇ ਕਰਮ ਕੀਤਿਆਂ ਇਹ ਮਲੀਨ ਹੋ ਜਾਏ, ਤਾਂ ਇਸ ਨੂੰ ਸਾਫ਼ ਕਰਨ ਦਾ ਇੱਕੋ ਹੀ ਇੱਕ ਤਰੀਕਾ ਹੈ, ਉਹ ਹੈ ਪਰਮਾਤਮਾ ਦਾ ਨਾਮ, ਉਸ ਦੀ ਸਿਫਤ ਸਲਾਹ, ਉਸ ਦੇ ਪ੍ਰੇਮ ਦੇ ਨਾਲ ਇਹਨੂੰ ਧੋਤਾ ਜਾ ਸਕਦਾ ਹੈ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਇਸ ਲਈ ਗੁਰੂ ਸਾਹਿਬ ਕਹਿੰਦੇ ਆ ਬਈ ਪੁੰਨ ਤੇ ਪਾਪ ਇਹ ਕੇਵਲ ਕਹਿਣ ਮਾਤਰ ਨਹੀਂ ਹਨ, ਇਹ ਅਸਲ ਦੇ ਵਿੱਚ ਹਨ। ਪੁੰਨ ਕਰਮ ਵੀ ਨੇ ਅਤੇ ਪਾਪ ਕਰਮ ਵੀ ਨੇ, ਔਰ ਕੇਵਲ ਕਹਿਣ ਮਾਤਰ ਨੇ। ਕਈ ਵਾਰੀ ਬੰਦਾ ਕਹਿੰਦਾ ਨਹੀਂ ਜੀ ਛੱਡੋ, ਕੀ ਹੈ ਪੁੰਨ ਅਤੇ ਕੀ ਹੈ ਪਾਪ, ਪਰ ਗੁਰੂ ਸਾਹਿਬ ਕਹਿੰਦੇ ਨੇ ਕੇਵਲ ਕਹਿਣ ਮਾਤਰ ਨਹੀਂ, ਇਹ ਅਸਲ ਦੇ ਵਿੱਚ ਹਨ। ਕਰ ਕਰ ਕਰਨਾ ਲਿਖ ਲੈ ਜਾਓ। ਕਹਿੰਦੇ ਹੇ ਭਾਈ, ਜਿਸ ਤਰ੍ਹਾਂ ਦੇ ਤੂੰ ਕਰਮ ਕਰੇਂਗਾ ਉਸੇ ਤਰ੍ਹਾਂ ਦੇ ਤੇਰੇ ਸੰਸਕਾਰ ਘੜੇ ਜਾਣਗੇ, ਅਤੇ ਉਹਨਾਂ ਸੰਸਕਾਰਾਂ ਅਨੁਸਾਰ ਹੀ ਤੇਰਾ ਮੁੜ ਮੁੜ ਕੇ ਕੀਤਾ ਹੋਇਆ ਕਰਮ ਚੰਗਾ ਜਾਂ ਮਾੜਾ ਉਹ ਤੇਰੇ ਜੀਵਨ ਨੂੰ ਬਣਾਏਗਾ, ਉਸੇ ਤਰ੍ਹਾਂ ਦਾ ਤੇਰਾ ਜੀਵਨ ਬਣ ਜਾਏਗਾ। ਅਤੇ ਇਹ ਸੰਸਕਾਰ ਤੂੰ ਆਪਣੇ ਨਾਲ ਲੈ ਕੇ ਚਲੇਂਗਾ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਅਤੇ ਫਿਰ ਹੇ ਭਾਈ, ਜਿਸ ਤਰ੍ਹਾਂ ਦੇ ਤੂੰ ਬੀਜ ਬੀਜੇਂਗਾ ਨਾ, ਉਸੇ ਤਰ੍ਹਾਂ ਦਾ ਤੂੰ ਫਲ ਖਾਏਂਗਾ। ਭਾਵ ਜੋ ਕੁਝ ਤੂੰ ਬੀਜੇਂਗਾ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੋਣਾ, ਉਹ ਤੈਨੂੰ ਖਾਣਾ ਪਏਗਾ। ਨਾਨਕ ਹੁਕਮੀ ਆਵੋ ਜਾਓ। ਹੈ ਨਾਨਕ, ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਕੀਤੇ ਹੋਏ ਸੰਸਕਾਰਾਂ ਤੋਂ, ਬਣਾਏ ਹੋਏ ਸੰਸਕਾਰਾਂ ਤੋਂ ਪ੍ਰਭਾਵਿਤ ਹੋ ਕੇ ਕੀਤੇ ਹੋਏ ਕਰਮਾਂ ਰਾਹੀਂ ਮਨੁੱਖ ਜਨਮ ਮਰਨ ਦੇ ਗੇੜ ਦੇ ਵਿੱਚ ਪੈ ਜਾਏਗਾ। ਇਹ ਪਰਮਾਤਮਾ ਦਾ ਹੁਕਮ ਹੈ ਕਿ ਜਿਸ ਤਰ੍ਹਾਂ ਦਾ ਬੀਜ ਮਨੁੱਖ ਬੀਜੇਗਾ, ਭਾਵ ਜਿਸ ਤਰ੍ਹਾਂ ਦੇ ਕਰਮ ਕਰੇਗਾ, ਉਸੇ ਤਰ੍ਹਾਂ ਦੇ ਉਸ ਨੂੰ ਫਲ ਪ੍ਰਾਪਤ ਹੋਣਾ ਹੈ। ਅਤੇ ਫਿਰ ਉਸੇ ਤਰ੍ਹਾਂ ਜਾਂ ਤਾਂ ਉਹ ਜਨਮ ਮਰਨ ਦੀ ਭਟਕਣਾ ਵਿੱਚ ਪੈ ਜਾਏਗਾ, ਪਰਮਾਤਮਾ ਤੋਂ ਦੂਰੀ ਬਣ ਜਾਏਗੀ। ਅਤੇ ਜੇ ਚੰਗੇ ਕਰਮ ਕਰਦਾ ਹੈ, ਪੁੰਨ ਵਾਲੇ ਕਰਮ ਕਰਦਾ ਹੈ, ਚੰਗਾ ਬੀਜ ਬੀਜਦਾ ਹੈ, ਚੰਗਾ ਜੀਵਨ ਬਣਾ ਲੈਂਦਾ ਹੈ, ਚੰਗੇ ਕਰਮ ਕਰਦਾ ਹੈ, ਤਾਂ ਪਰਮਾਤਮਾ ਨਾਲ ਉਸ ਦੀ ਨੇੜਤਾ ਬਣੇਗੀ। ਇਹ ਗੁਰੂ ਸਾਹਿਬ ਨੇ ਸੰਖੇਪ ਦੇ ਵਿੱਚ ਆਖਰੀ ਅਰਥ ਸਾਨੂੰ ਬਖਸ਼ਿਸ਼ ਕੀਤੇ ਹੈ। ਹੁਣ ਗੁਰੂ ਸਾਹਿਬ ਨੇ ਇੱਕ ਦੁਨਿਆਵੀ ਉਦਾਹਰਨ ਲਈ ਹੈ ਕਿ ਬਾਹਰਲੇ ਤਲ 'ਤੇ ਸੰਸਾਰ ਦੇ ਅੰਦਰ ਵਿਚਰਦੇ ਹਾਂ, ਆਪਾਂ ਦੇਖਦੇ ਹਾਂ ਕਿ ਸਾਡਾ ਸਰੀਰ ਮੈਲਾ ਹੋ ਜਾਂਦਾ ਹੈ। ਅਸੀਂ ਬਾਹਰ ਅੱਜ ਪੋਲੂਸ਼ਨ ਬਹੁਤ ਹੈ, ਅਸੀਂ ਸਵੇਰੇ ਕੱਪੜਾ ਘਰੋਂ ਪਾ ਕੇ ਜਾਈਏ, ਸ਼ਾਮ ਤੱਕ ਕੱਪੜਾ ਮੈਲਾ ਹੋ ਜਾਂਦਾ ਹੈ। ਅਸੀਂ ਆਪਣੇ ਤਨ ਨੂੰ ਧੋ ਕੇ ਬਾਹਰਲੇ ਤਲ 'ਤੇ ਸਾਫ਼ ਕਰ ਸਕਦੇ ਹਾਂ, ਆਪਣੇ ਕੱਪੜੇ ਨੂੰ ਸਾਫ਼ ਕਰ ਸਕਦੇ ਹਾਂ, ਸਾਬੁਣ ਦੇ ਨਾਲ ਧੋ ਕੇ ਇਸ਼ਨਾਨ ਕਰਕੇ ਸਰੀਰ ਸਾਫ਼ ਹੋ ਜਾਂਦਾ ਹੈ, ਕੱਪੜਾ ਧੋ ਕੇ ਸਾਫ਼ ਹੋ ਜਾਂਦਾ ਹੈ। ਪਰ ਜੇ ਸੰਸਾਰ ਦੇ ਅੰਦਰ ਵਿਚਰਦਿਆਂ ਸਾਡੀ ਮਤ ਮਲੀਨ ਹੋ ਜਾਏ, ਬੁੱਧੀ ਮਲੀਨ ਹੋ ਜਾਏ ਵਿਕਾਰਾਂ ਦੀ ਮੈਲ ਦੇ ਨਾਲ, ਅਤੇ ਫਿਰ ਇਹਨੂੰ ਬਾਹਰਲੇ ਤਲ 'ਤੇ ਧੋਤਿਆਂ ਸਾਫ਼ ਨਹੀਂ ਕੀਤਾ ਜਾ ਸਕਦਾ। ਇਸ ਨੂੰ ਧੋਣ ਦਾ ਇੱਕੋ ਹੀ ਤਰੀਕਾ ਹੈ, ਸਾਫ਼ ਕਰਨ ਦਾ। ਇਸ ਦੀ ਮਲੀਨਤਾ ਨੂੰ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਹੈ, ਉਹ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫਤ ਸਲਾਹ। ਉਸ ਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਉਸ ਦੇ ਪ੍ਰੇਮ ਦੇ ਵਿੱਚ ਆਪਾਂ ਰੰਗ ਲਈਏ, ਭਿੱਜ ਜਾਈਏ। ਉਸ ਦਾ ਪ੍ਰੇਮ, ਉਸ ਦੇ ਨਾਮ ਦਾ ਰੰਗ ਸਾਡੇ ਉੱਤੇ ਚੜ੍ਹ ਜਾਏ,
ਤੇ ਫਿਰ ਇਹ ਪਾਪਾਂ ਦੇ ਨਾਲ ਮਲੀਨ ਹੋਈ ਮੱਤ ਸਾਡੀ ਸਾਫ਼ ਹੋ ਸਕਦੀ ਹੈ, ਇਹ ਪਵਿੱਤਰ ਹੋ ਸਕਦੀ ਹੈ, ਇਹ ਨਿਰਮਲ ਹੋ ਸਕਦੀ ਹੈ। ਕਿਉਂਕਿ ਨਿਰਮਲ ਮੱਤ ਤੋਂ ਹੀ ਨਿਰਮਲ ਕਰਮ ਨਿਕਲਦੇ ਹੈ, ਨਿਰਮਲ ਸੋਚ ਨਿਕਲਦੀ ਹੈ, ਨਿਰਮਲ ਵਿਚਾਰ ਨਿਕਲਦੇ ਹੈ, ਨਿਰਮਲ ਵਿਚਾਰਾਂ ਤੋਂ ਨਿਰਮਲ ਕਰਮ ਨਿਕਲਦੇ ਹੈ। ਤੇ ਨਿਰਮਲ ਕਰਮ ਸਾਡੇ ਜੀਵਨ ਨੂੰ ਨਿਰਮਲਤਾ ਵਾਲੇ ਪਾਸੇ ਲੈ ਜਾਂਦੇ ਹੈ, ਪਰਮਾਤਮਾ ਵਾਲੇ ਪਾਸੇ ਲੈ ਜਾਂਦੇ ਹੈ, ਪਰਮਾਤਮਾ ਨਾਲ ਸਾਡੀ ਨੇੜਤਾ ਬਣਦੀ ਹੈ। ਪਰ ਜੇ ਮੱਤ ਮਲੀਨ ਹੋ ਜਾਏ ਤੇ ਫਿਰ ਵਿਚਾਰ ਮੈਲੇ ਨਿਕਲਦੇ ਹੈ, ਵਿਚਾਰ ਮੈਲੇ ਹੋ ਜਾਣ ਤੇ ਕਰਮ ਵੀ ਮੈਲੇ ਹੁੰਦੇ ਹੈ। ਮਾੜੇ ਕਰਮ ਅਸੀਂ ਕਰਦੇ ਹਾਂ, ਮਾੜੇ ਕਰਮਾਂ ਰਾਹੀਂ ਸਾਡੀ ਦੂਰੀ ਪਰਮਾਤਮਾ ਨਾਲੋਂ ਬਣਦੀ ਹੈ, ਅਸੀਂ ਸੰਸਾਰ ਦੇ ਵਿੱਚ ਹੀ ਖਚਿਤ ਹੋ ਜਾਂਦੇ ਹਾਂ ਤੇ ਸਾਡਾ ਜੀਵਨ ਬਸ ਮਾਨੋ ਜਨਮ ਮਰਨ ਦੀ ਭਟਕਣਾ ਦੇ ਵਿੱਚ ਪੈ ਜਾਂਦਾ ਹੈ, ਇੱਥੇ ਵੀ ਭਟਕਣਾ ਤੇ ਅੱਗੇ ਵੀ ਭਟਕਣਾ। ਇਸ ਲਈ ਗੁਰੂ ਸਾਹਿਬ ਕਹਿੰਦੇ ਹੈ ਕਿ ਜੇ ਚੰਗੇ ਕਰਮ ਅਸੀਂ ਕਰਦੇ ਹਾਂ, ਨਾਮ ਦੇ ਨਾਲ ਜੁੜਦੇ ਹਾਂ, ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜਦੇ ਹਾਂ, ਚੰਗੀ ਵਿਚਾਰ ਸਾਡੇ ਵਿੱਚੋਂ ਨਿਕਲਦੀ ਹੈ, ਚੰਗੇ ਕਰਮ ਕਰਾਂਗੇ ਤੇ ਉਹ ਮਾਨੋ ਸਾਡੇ ਲਈ ਪੁੰਨ ਵਾਲੇ ਕਰਮ ਨੇ। ਤੇ ਜੇ ਮਾੜੇ ਕਰਮ ਕਰਦੇ ਹਾਂ ਤੇ ਉਹ ਮਾਨੋ ਪਾਪ ਵਾਲੇ ਕਰਮ ਨੇ ਜੋ ਪਰਮਾਤਮਾ ਨਾਲੋਂ ਸਾਡੀ ਦੂਰੀ ਬਣਾਉਣਗੇ। ਇਸ ਲਈ ਗੁਰੂ ਸਾਹਿਬ ਕਹਿੰਦੇ ਇਹ ਪੁੰਨ ਤੇ ਪਾਪ ਵੀ ਨੇ, ਇਹ ਨਹੀਂ ਕਿ ਨਹੀਂ ਹਨ, ਇਹ ਹਨ। ਜਿਸ ਤਰ੍ਹਾਂ ਦਾ ਅਸੀਂ ਕਰਮ ਕਰਾਂਗੇ ਸਾਡੇ ਸੰਸਕਾਰ ਘੜੇ ਜਾਣਗੇ, ਉਹਨਾਂ ਸੰਸਕਾਰਾਂ ਤੋਂ ਪ੍ਰੇਰਿਤ ਹੋ ਕੇ ਮੁੜ ਜੋ ਕਰਮ ਕਰਾਂਗੇ ਉਸੇ ਤਰ੍ਹਾਂ ਦਾ ਜੀਵਨ ਵੀ ਸਾਡਾ ਬਣੇਗਾ। ਜਿਸ ਤਰ੍ਹਾਂ ਦਾ ਬੀਜ ਬੀਜਾਂਗੇ, ਕਰਮ ਕਰਾਂਗੇ, ਫਲ ਸਾਨੂੰ ਖਾਣਾ ਪਏਗਾ। ਤਾਂ ਗੁਰੂ ਸਾਹਿਬ ਨੇ ਜਦੋਂ ਇਹ ਗੱਲ ਦੁਨਿਆਵੀ ਉਦਾਹਰਨ ਦੇ ਕੇ ਸਾਨੂੰ ਗੱਲ ਸਮਝਾਈ ਤੇ ਪਹਿਲਾਂ ਇਹ ਸਮਝਣਾ ਹੈ ਕਿ ਪਾਪ ਤੇ ਪੁੰਨ ਕੀ ਹੈ। ਅਸਲ ਦੇ ਵਿੱਚ ਗੁਰੂ ਸਾਹਿਬ ਨੇ ਅੱਜ ਦੀ ਇਸ ਪੌੜੀ ਦੇ ਅੰਦਰ ਇਹ ਬਹੁਤ ਫੋਕਸ ਕੀਤਾ ਹੈ ਕਿ ਪੁੰਨੀ ਪਾਪੀ ਆਖਣ ਨਾ। ਇਹ ਭਾਵ ਇਹ ਹੈ ਕਿ ਸਾਨੂੰ ਇਹ ਸਮਝਣਾ ਪਏਗਾ ਕਿ ਪੁੰਨ ਤੇ ਪਾਪ ਅਸਲ ਦੇ ਵਿੱਚ ਹੈ ਕੀ ਹੈ। ਤਾਂ ਹੀ ਅਸੀਂ ਸਮਝਾਂਗੇ ਨਾ ਕਿ ਭਾਈ ਪੁੰਨ ਵਾਲੇ ਪਾਸੇ ਜਾਣਾ ਹੈ, ਪਾਪ ਵਾਲੇ ਪਾਸੇ ਜਾਵਾਂਗੇ ਤੇ ਕਿਵੇਂ ਜੀਵਨ ਦੀ ਖੁਆਰੀ ਹੋਣੀ ਹੈ, ਤੇ ਪੁੰਨ ਵਾਲੇ ਪਾਸੇ ਜਾਵਾਂਗੇ, ਪੁੰਨੀ ਬਣਾਂਗੇ ਤੇ ਕਿਵੇਂ ਜੀਵਨ ਸਾਡਾ ਸਫਲ ਹੋਏਗਾ, ਪਰਮਾਤਮਾ ਦੀ ਨਜ਼ਰ ਦੇ ਵਿੱਚ, ਉਸ ਦੀ ਦਰਗਾਹ ਦੇ ਵਿੱਚ ਸਾਡੀ ਕਬੂਲਤਾ ਬਣਨੀ ਹੈ। ਇਸ ਅੰਤਰ ਨੂੰ ਸਮਝਣਾ ਜ਼ਰੂਰੀ ਹੈ। ਜਦੋਂ ਅਸੀਂ ਪੁੰਨ ਤੇ ਪਾਪ ਦੀ ਗੱਲ ਕਰਦੇ ਹਾਂ, ਭਾਈ ਕਾਹਨ ਸਿੰਘ ਜੀ ਨਾਭਾ ਜਦੋਂ ਪਾਪ ਸ਼ਬਦ ਦੀ ਵਿਆਖਿਆ ਕਰਦੇ ਹੈ ਮਹਾਨ ਕੋਸ਼ ਦੇ ਅੰਦਰ ਪੰਨਾ 661 ਦੇ ਉੱਪਰ, ਤੇ ਉਹ ਲਿਖਦੇ ਹੈ ਕਿ ਜਿਸ ਤੋਂ ਬਚ ਜਾਈਏ, ਪਾਪ ਕਰਮ ਜਿਸ ਤੋਂ ਬਚ ਜਾਈਏ, ਅਜਿਹਾ ਕਰਮ ਜਿਹੜਾ ਦੋਸ਼, ਗੁਨਾਹ, ਬੇਇਨਸਾਫੀ, ਬੇਰਹਿਮੀ ਜਾਂ ਪਾਪ ਪੁੰਨ ਰਾਹੀਂ ਕੋਈ ਐਸਾ ਕਰਮ ਕਰਕੇ ਕਿਸੇ ਫਲ ਦੀ ਪ੍ਰਾਪਤੀ ਰੱਖਣੀ, ਕੋਈ ਪੁੰਨ ਕਰਮ ਕਰਕੇ, ਉਹ ਵੀ ਪਾਪ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਉਹ ਜਦੋਂ ਇਸੇ ਪੰਨੇ ਦੇ ਉੱਪਰ ਹੋਰ ਵਿਆਖਿਆ ਕਰਦੇ ਹੈ ਤੇ ਕਹਿੰਦੇ ਹੈ ਕਿ ਗੁਰਮਤ ਅਨੁਸਾਰੀ ਕਿਸੇ ਦਾ ਦਿਲ ਦੁਖਾਉਣਾ, ਉਦਮ ਦਾ ਤਿਆਗ ਕਰਨਾ, ਇਹ ਉਗਰ ਪਾਪਾਂ ਦੇ ਵਿੱਚ ਆਉਂਦਾ ਹੈ। ਕਿਸੇ ਦਾ ਦਿਲ ਦੁਖਾਉਣਾ ਜਾਂ ਉਦਮ ਦਾ ਤਿਆਗ ਕਰਨਾ, ਪਰਮਾਤਮਾ ਤੋਂ ਬੇਮੁਖਤਾ, ਪਰਮਾਤਮਾ ਤੋਂ ਬੇਮੁਖ ਹੋ ਜਾਣਾ, ਉਦਮ ਦਾ ਤਿਆਗ ਕਰਨਾ, ਕਿਸੇ ਦਾ ਦਿਲ ਦੁਖਾਉਣਾ, ਇਹ ਤਿੰਨ ਉਗਰ ਪਾਪ ਨੇ। ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਹੈ। ਇਸੇ ਤਰ੍ਹਾਂ ਉਹ ਇਹ ਗੱਲ ਵੀ ਲਿਖਦੇ ਹੈ ਕਿ ਜਦੋਂ ਰਹਿਤਨਾਮਿਆਂ ਨੂੰ ਅਸੀਂ ਪੜ੍ਹਦੇ ਹਾਂ ਤੇ ਮੁੰਡਨ, ਵਿਭਚਾਰ, ਤੰਬਾਕੂ ਦਾ ਸੇਵਨ, ਇਹ ਵੀ ਮਹਾ ਪਾਪਾਂ ਦੇ ਵਿੱਚ ਆਉਂਦੇ ਹੈ। ਮੁੰਡਨ, ਵਿਭਚਾਰ, ਤੰਬਾਕੂ ਦਾ ਸੇਵਨ, ਇਹ ਮਹਾ ਪਾਪਾਂ ਦੇ ਵਿੱਚ ਆਉਂਦੇ ਹੈ। ਜਦੋਂ ਉਹ ਪੁੰਨ ਦੀ ਵਿਆਖਿਆ ਕਰਦੇ ਹੈ ਤੇ ਉਹ ਕਹਿੰਦੇ ਹੈ ਸ਼ੁਭ ਗੁਣ, ਪਵਿੱਤਰ, ਭਲਾ, ਨੇਕ ਕਰਮ, ਇਹ ਪੁੰਨ ਕਰਮਾਂ ਦੇ ਵਿੱਚ ਆਉਂਦੇ ਹੈ। ਹੁਣ ਜਦੋਂ ਅਸੀਂ ਇਹਨਾਂ ਨੂੰ ਬਿਲਕੁਲ ਸੰਖੇਪ ਦੇ ਵਿੱਚ ਬਿਆਨ ਕਰਨਾ ਹੋਵੇ ਗੁਰਮਤਿ ਦੇ ਪਰਿਪੇਖ ਦੇ ਵਿੱਚ, ਤੇ ਆਪਾਂ ਕਹਿ ਸਕਦੇ ਹਾਂ ਕਿ ਪਰਮਾਤਮਾ ਤੋਂ ਬੇਮੁਖ ਹੋ ਕੇ ਜਦੋਂ ਵੀ ਅਸੀਂ ਕੋਈ ਕਰਮ ਕਰਦੇ ਹਾਂ ਤੇ ਉਹ ਸਾਡੇ ਲਈ ਪਾਪ ਵਾਲਾ ਕਰਮ ਹੈ। ਜਿਹੜਾ ਵੀ ਕਰਮ ਕਰਾਂਗੇ ਪਰਮਾਤਮਾ ਤੋਂ ਬੇਮੁਖ ਹੋ ਕੇ ਉਹ ਪਾਪ ਵਾਲਾ ਕਰਮ ਹੈ। ਤੇ ਜਦੋਂ ਅਸੀਂ ਪਰਮਾਤਮਾ ਦੇ ਸਨਮੁਖ ਹੋ ਕੇ ਰਹਿੰਦੇ ਹਾਂ ਤੇ ਫਿਰ ਉਹ ਪੁੰਨ ਵਾਲਾ ਕਰਮ ਹੈ। ਪਰਮਾਤਮਾ ਦੇ ਸਨਮੁਖ ਹੋ ਕੇ ਜਿਹੜਾ ਵੀ ਅਸੀਂ ਕਰਮ ਕਰਾਂਗੇ ਉਹ ਪੁੰਨ ਵਾਲਾ ਕਰਮ ਹੈ। ਤੇ ਪਰਮਾਤਮਾ ਤੋਂ ਬੇਮੁਖ ਹੋ ਕੇ ਮਨੁੱਖ ਜਿਹੜਾ ਵੀ ਕਰਮ ਕਰੇਗਾ ਉਹ ਮਾਨੋ ਪਾਪ ਵਾਲਾ ਕਰਮ ਹੈ। ਕਿਉਂਕਿ ਜਦੋਂ ਅਸੀਂ ਆਪਣੇ ਅੰਦਰ ਇਹ ਅਹਿਸਾਸ ਕਰੀਏ ਪਰਮਾਤਮਾ ਮੇਰੇ ਅੰਦਰ ਹੀ ਹੈ, ਤੇ ਫਿਰ ਉਹ ਬੁਰਾ ਕਰਮ ਨਹੀਂ ਕਰ ਸਕੇਗਾ।
ਜਿਹੜਾ ਇਹ ਮਹਿਸੂਸ ਕਰ ਜਾਏ, ਜਿਸ ਦੇ ਅੰਦਰ ਅਨੁਭਵ ਹੋ ਜਾਏ, ਅਹਿਸਾਸ ਹੋ ਜਾਏ ਕਿ ਪਰਮਾਤਮਾ ਮੇਰੇ ਨਿਕਟ ਵਸਦਾ ਹੈ, ਮੇਰੇ ਅੰਗ ਸੰਗ ਵਸਦਾ ਹੈ, ਮੇਰੇ ਅੰਦਰ ਹੀ ਵਸਦਾ ਹੈ, ਤੇ ਉਹ ਮਾੜੇ ਕਰਮਾਂ ਵਾਲੇ ਪਾਸੇ ਜਾਏਗਾ ਨਹੀਂ, ਮਾੜੀ ਵਿਚਾਰ ਉਸ ਦੇ ਅੰਦਰ ਪੈਦਾ ਹੀ ਨਹੀਂ ਹੋਏਗੀ। ਲੇਕਿਨ ਜਿਹੜਾ ਪਰਮਾਤਮਾ ਤੋਂ ਬੇਮੁਖ ਹੋਇਆ, ਟੁੱਟਿਆ ਹੋਇਆ, ਸਾਕਤ ਹੈ, ਉਹ ਮਾੜੀ ਬਿਰਤੀ ਹਮੇਸ਼ਾ ਉਸ ਦੇ ਅੰਦਰ ਬਣੀ ਰਹੇਗੀ, ਮਾੜੀ ਸੋਚ ਬਣੀ ਰਹੇਗੀ, ਮਤ ਤੇ ਬੁੱਧੀ ਰਾਹੀਂ ਵਿਚਾਰ ਮਾੜੇ ਨਿਕਲਣਗੇ ਤੇ ਮਾੜੇ ਕਰਮਾਂ ਵਾਲੇ ਪਾਸੇ ਜਾਏਗਾ। ਇਹ ਸੰਖੇਪ ਦੇ ਵਿੱਚ ਅਸੀਂ ਸਮਝਣਾ ਹੋਵੇ ਤੇ ਇਸ ਗੱਲ ਨੂੰ ਸਮਝਿਆ ਜਾ ਸਕਦਾ ਕਿ ਪਾਪ ਤੇ ਪੁੰਨ ਕੀ ਹੈ। ਹੁਣ ਜਿਹੜੇ ਦਾਰਸ਼ਨਿਕ ਲੋਕ ਨੇ, ਧਾਰਮਿਕ ਜਿਨ੍ਹਾਂ ਦੇ ਅੰਦਰ ਚੇਤਨਤਾ ਹੈ, ਉਹਨਾਂ ਨੇ ਪਰਮਾਤਮਾ ਦੇ ਨਾਲ ਇਕਮਿਕ ਹੋ ਕੇ, ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਿਆ, ਪਰਮਾਤਮਾ ਨੂੰ ਆਪਣੇ ਸਨਮੁਖ ਸਮਝਿਆ, ਆਪਣੇ ਅੰਦਰ ਹੀ ਵਸਦਾ ਪ੍ਰਤੀਤ ਕੀਤਾ। ਜਿਵੇਂ ਗੁਰੂ ਸਾਹਿਬ ਕਹਿੰਦੇ ਨੇ, ਨਿਕਟ ਵਸਤ ਕੋ ਜਾਣੈ ਦੂਰੇ, ਪਾਪੀ ਪਾਪ ਕਮਾਹੀ। ਨਿਕਟ ਵਸਤ ਕਿਹੜਾ? ਜਿਹੜਾ ਪਰਮਾਤਮਾ ਅੰਦਰ ਹੀ ਵਸ ਰਿਹਾ ਹੈ। ਜਿਵੇਂ ਆਪਾਂ ਕਹਿੰਦੇ ਨੇ, ਸਭ ਮੇਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੇਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੇ ਅੰਦਰ ਸਾਡੇ ਅੰਦਰ ਉਹ ਪਰਮਾਤਮਾ ਦੀ ਅੰਸ਼ ਵਸ ਰਹੀ ਹੈ, ਉਹ ਪਰਮਾਤਮਾ ਆਪ ਅੰਦਰ ਵਸ ਰਿਹਾ ਹੈ, ਜਿਨ੍ਹਾਂ ਨੇ ਇਸ ਚੀਜ਼ ਨੂੰ ਅਨੁਭਵ ਕੀਤਾ, ਕਿਉਂਕਿ ਇਹ ਅਨੁਭਵ ਦੀ ਗੱਲ ਹੈ। ਉਸ ਨੂੰ ਜਾਣਨਾ, ਸਮਝਣਾ, ਬੁੱਝਣਾ, ਉਸ ਦਾ ਚਿੰਤਨ ਕਰਨਾ, ਉਹਨੂੰ ਅੰਗ ਸੰਗਤਾ ਦੇ ਵਿੱਚ ਮਹਿਸੂਸ ਕਰਨਾ ਇੱਕ ਅਨੁਭਵ ਹੈ, ਦੁਨਿਆਵੀ ਗੱਲਾਂ ਦੇ ਨਾਲ ਨਹੀਂ। ਅਤੇ ਜਿਨ੍ਹਾਂ ਨੇ ਅਨੁਭਵ ਕੀਤਾ, ਉਹਨਾਂ ਨੇ ਇਹ ਪਾਪ ਅਤੇ ਪੁੰਨ ਦੀ ਵਿਆਖਿਆ ਸਾਡੇ ਸਾਹਮਣੇ ਰੱਖੀ ਹੈ। ਉਹਨਾਂ ਨੇ ਆਪ ਵੀ ਉਸ ਪਰਮਾਤਮਾ ਦੇ ਅਨੁਭਵ ਰਾਹੀਂ ਗਿਆਨ ਪ੍ਰਾਪਤ ਕਰਕੇ ਆਤਮਿਕ ਆਨੰਦ ਅਤੇ ਖੇੜਾ ਪ੍ਰਾਪਤ ਕੀਤਾ, ਅਤੇ ਉਸ ਖੇੜੇ ਦੇ ਵਿੱਚੋਂ ਉਹ ਜਿਹੜੇ ਗੁਣ ਨੇ ਜਿਨ੍ਹਾਂ ਰਾਹੀਂ ਖੇੜਾ ਪ੍ਰਾਪਤ ਹੁੰਦਾ ਹੈ, ਜਿਵੇਂ ਆਪਾਂ ਦੇਖਦੇ ਹਾਂ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ, ਗਿਆਨ ਹੈ, ਨਿਆਂ ਹੈ। ਜਦੋਂ ਇਹਨਾਂ ਗੁਣਾਂ ਦਾ ਮਨੁੱਖ ਧਾਰਨੀ ਹੁੰਦਾ ਹੈ ਤੇ ਉਸ ਨੂੰ ਆਤਮਿਕ ਖੇੜਾ ਮਿਲਦਾ ਹੈ, ਉਹ ਸੰਸਾਰ ਨੂੰ ਵੀ ਖੇੜਾ ਦਿੰਦਾ ਹੈ। ਹੁਣ ਜਿਨ੍ਹਾਂ ਨੇ ਇਹ ਅਨੁਭਵ ਕੀਤਾ, ਇਹ ਗੁਣ ਆਪਣੇ ਅੰਦਰ ਪ੍ਰਗਟ ਕੀਤੇ, ਉਹਨਾਂ ਨੇ ਇਸ ਦਾ ਵਿਪਰੀਤ ਵੀ ਲੱਭਿਆ। ਇਹ ਤੇ ਪੁੰਨ ਵਾਲੇ ਗੁਣ ਨੇ, ਤੇ ਇਸ ਦਾ ਵਿਪਰੀਤ ਲੱਭਿਆ ਜਿਸ ਨੂੰ ਪਾਪ ਕਿਹਾ। ਜਿਵੇਂ ਦਇਆ ਹੈ, ਉਸ ਦਾ ਵਿਪਰੀਤ ਹੈ ਕਠੋਰਤਾ। ਜਿਵੇਂ ਧਰਮ ਹੈ, ਉਸ ਦਾ ਵਿਪਰੀਤ ਹੈ ਅਧਰਮ। ਜਿਵੇਂ ਗਿਆਨ ਹੈ, ਉਸ ਦਾ ਵਿਪਰੀਤ ਅਗਿਆਨਤਾ ਹੈ। ਜਿਵੇਂ ਨਿਆਂ ਹੈ, ਉਸ ਦਾ ਵਿਪਰੀਤ ਹੈ ਅਨਿਆਏ। ਇਹਨਾਂ ਨੂੰ ਉਹਨਾਂ ਨੇ ਕਿਹਾ ਬਈ ਇਹ ਪਾਪ ਕਰਮ ਨੇ। ਜਦੋਂ ਅਸੀਂ ਪਰਮਾਤਮਾ ਤੋਂ ਬੇਮੁਖ ਹੁੰਦੇ ਹਾਂ ਤੇ ਸਾਡੇ ਅੰਦਰ ਕਠੋਰਤਾ ਹੁੰਦੀ ਹੈ, ਸਾਡੇ ਜੀਵਨ ਅਧਰਮੀ ਹੁੰਦਾ, ਧਰਮੀ ਨਹੀਂ ਹੁੰਦਾ। ਫਿਰ ਅਸੀਂ ਅਨਿਆਏ ਵਾਲੇ ਪਾਸੇ ਜਾਂਦੇ ਹਾਂ, ਅਸੀਂ ਕਠੋਰਤਾ ਵਾਲੇ ਪਾਸੇ ਜਾਂਦੇ ਹਾਂ, ਅਸੀਂ ਅਧਰਮ ਕਮਾਉਂਦੇ ਹਾਂ, ਅਸੀਂ ਕਿਸੇ ਦਾ ਹੱਕ ਮਾਰਦੇ ਹਾਂ, ਤੇ ਫਿਰ ਉਹ ਕਿਹਾ ਬਈ ਇਹ ਪਾਪ ਹੈ। ਇਸ ਲਈ ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਸਾਨੂੰ ਇਹ ਸੇਧ ਬਖਸ਼ਿਸ਼ ਕੀਤੀ ਕਿ ਪਾਪ ਅਤੇ ਪੁੰਨ ਦੀ ਵਿਆਖਿਆ ਜਦੋਂ ਆਪਾਂ ਕਰਦੇ ਹਾਂ, ਇਹ ਪਰਮਾਤਮਾ ਦੇ ਬਣਾਏ ਹੋਏ ਨਹੀਂ, ਸਾਡੀ ਇਹ ਮਾਨਸਿਕ ਬਿਰਤੀ ਦੇ ਨਾਲ ਸੰਬੰਧਿਤ ਨੇ। ਔਰ ਕਿੱਥੋਂ ਉਪਜਦੇ ਹੈ? ਗੁਰੂ ਸਾਹਿਬ ਕਹਿੰਦੇ, ਇੱਕ ਉਦਾਹਰਨ ਦਿੰਦੇ ਸੁਖਮਨੀ ਸਾਹਿਬ ਦੇ ਅੰਦਰ, ਕਿ ਪਾਪ ਅਤੇ ਪੁੰਨ ਕਦੋਂ ਬਣੇ, ਕਿਵੇਂ ਬਣੇ? ਜਦੋਂ ਸੰਸਾਰ ਦੀ ਰਚਨਾ ਹੋਈ। ਜਬ ਆਕਾਰ ਇਹ ਕੱਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ। ਜਦੋਂ ਇਹ ਸਿਰਜਿਆ ਨਹੀਂ ਸੀ ਕੁਝ ਪਰਮਾਤਮਾ ਨੇ, ਪਰਮਾਤਮਾ ਆਪਣੇ ਆਪ ਦੇ ਵਿੱਚ ਸੀ, ਸੁਨ ਅਵਸਥਾ ਦੇ ਵਿੱਚ ਸੀ, ਇਹ ਆਕਾਰ ਦੀ ਸਿਰਜਣਾ ਨਹੀਂ ਸੀ ਹੋਈ, ਇਹ ਮਾਨਵ ਜਾਤੀ ਦੀ ਰਚਨਾ ਉਸਨੇ ਨਹੀਂ ਸੀ ਕੀਤੀ, ਪਾਪ ਪੁੰਨ ਵੀ ਕੋਈ ਨਹੀਂ ਸੀ। ਜਬ ਆਕਾਰ ਇਹ ਕੱਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਦ, ਤਬ ਵੈਰ ਵਿਰੋਧ ਕੀ ਸੰਗ ਕਮਾਤ। ਜਦੋਂ ਆਪ ਸੁਨ ਅਵਸਥਾ ਦੇ ਵਿੱਚ ਸੀ, ਇਹ ਰਚਨਾ ਉਸਨੇ ਨਹੀਂ ਸੀ ਕੀਤੀ, ਕੋਈ ਵੈਰ ਵਿਰੋਧ ਵੀ ਨਹੀਂ ਸੀ। ਜਬ ਆਪਨ ਧਾਰੀ ਸੁਨ ਸਮਾਦ, ਤਬ ਵੈਰ ਵਿਰੋਧ ਕੀ ਸੰਗ ਕਮਾਤ। ਜਬ ਇਸਕਾ ਬਰਨ ਚਹਿਨ ਨਾ ਜਾਪਤ, ਤਬ ਹਰਕ ਸੋਗ ਕੋ ਕਿਸੈ ਵਿਆਪਤ। ਕਹਿੰਦੇ ਕੋਈ ਹਰਕ ਸੋਗ ਵੀ ਨਹੀਂ ਸੀ, ਖੁਸ਼ੀ ਗਮੀ ਵੀ ਨਹੀਂ ਸੀ। ਹੁਣ ਖੁਸ਼ੀ ਗਮੀ ਅਸੀਂ ਮਹਿਸੂਸ ਕਰਦੇ ਹਾਂ, ਜਦੋਂ ਮਨੁੱਖ ਦੀ ਰਚਨਾ ਹੀ ਨਹੀਂ ਹੋਈ, ਖੁਸ਼ੀ ਗਮੀ ਕਿੱਥੇ ਹੋਣੀ ਸੀ? ਲੇਕਿਨ ਫਿਰ ਗੁਰੂ ਸਾਹਿਬ ਕਹਿੰਦੇ ਹੈ ਕਿ ਜੈ ਆਪ ਰਚਿਓ ਪਰਪੰਚ ਆਕਾਰ, ਤੈਂ ਗੁਣਵੇਂ ਕੀਨੋ ਵਿਸਥਾਰ। ਪਾਪ ਪੁੰਨ ਤਾਂ ਭਈ ਕਹਾਵਤ, ਕੋ ਨਰ ਕੋ ਸੁਰਗ ਪੰਛਾਵਤ। ਕਹਿੰਦੇ ਜਦੋਂ ਉਸਨੇ ਆਕਾਰ ਦੀ ਸਿਰਜਣਾ ਕਰ ਦਿੱਤੀ, ਇਹ ਰਚਨਾ ਰਚ ਦਿੱਤੀ, ਤੇ ਉੱਥੋਂ ਪਾਪ ਪੁੰਨ ਵੀ ਪੈਦਾ ਹੋਏ। ਭਾਵ ਕਿ ਇਹ ਮਾਇਕੀ ਸੰਸਾਰ ਤੇ ਤ੍ਰੈ ਗੁਣੀ ਸੰਸਾਰ ਦੀ ਇੱਕ ਕਲਪਨਾ ਹੈ। ਜਦੋਂ ਸੰਸਾਰ ਦੀ ਰਚਨਾ ਹੋਈ, ਜਦੋਂ ਮਾਨਵ ਜਾਤੀ ਦਾ ਹੌਲੀ ਹੌਲੀ ਵਿਕਾਸ ਹੋਇਆ, ਆਪਾਂ ਦੇਖਦੇ ਹਾਂ ਨਾ, ਪਾਪ ਪੁੰਨ ਕਿਵੇਂ ਬਣਦੇ ਆ, ਵੈਦ ਵਿਰੋਧ ਕਿਵੇਂ ਹੁੰਦਾ ਹੈ, ਖੁਸ਼ੀ ਗਮੀ ਕਿਵੇਂ ਹੁੰਦੀ, ਆਪਾਂ ਮਹਿਸੂਸ ਕਰਦੇ ਹਾਂ। ਜਦੋਂ ਆਪਸੀ ਸਾਡਾ ਮੇਲ ਬਣਿਆ, ਮਾਨਵ ਦਾ ਵਿਕਾਸ ਹੋਇਆ, ਮਾਨਵਤਾ ਦਾ ਵਿਕਾਸ ਹੋਇਆ, ਜਦੋਂ ਇਹ ਰਚਨਾ ਹੋਈ,
ਹੁਣ ਇੱਕ ਬੰਦਾ ਹੈ, ਉਹਨੂੰ ਕਿਸੇ ਆਪਾਂ ਇਹ ਗੱਲ ਕਹਿੰਦੇ ਨਾ ਬਈ, ਜਿਵੇਂ ਅਸੀਂ ਮਿਸਾਲ ਲਈਏ, ਸੱਚ ਬੋਲਣਾ ਪੁੰਨ ਹੈ ਤੇ ਝੂਠ ਬੋਲਣਾ ਪਾਪ ਹੈ। ਇੱਕ ਦੁਨਿਆਵੀ ਮਿਸਾਲ, ਆਮ ਇੱਕ ਜਨਰਲ ਮਿਸਾਲ ਹੈ ਬਈ ਸੱਚ ਬੋਲਣਾ ਚੰਗੀ ਗੱਲ ਹੈ ਬਈ, ਇਹ ਮੰਨ ਲਓ ਇੱਕ ਪੁੰਨ ਵਾਲਾ ਕਰਮ ਹੈ, ਤੇ ਝੂਠ ਬੋਲਣਾ ਪਾਪ ਹੈ। ਲੇਕਿਨ ਇੱਕ ਬੰਦਾ ਹੋਵੇ ਇਕੱਲਾ, ਉਹਨੂੰ ਕਿਸੇ ਟਾਪੂ 'ਤੇ ਰੱਖ ਦਿਓ, ਉਹ ਕਿਸ ਦੇ ਨਾਲ ਸੱਚ ਬੋਲੇਗਾ, ਕਿਸ ਦੇ ਨਾਲ ਝੂਠ ਬੋਲੇਗਾ? ਨਹੀਂ ਬੋਲ ਸਕੇਗਾ। ਇਸ ਲਈ ਜਦੋਂ ਮਾਨਵਤਾ ਦੀ ਰਚਨਾ ਹੋਈ, ਪਰਮਾਤਮਾ ਨੇ ਸਾਰੀ ਜਗਤ ਰਚਨਾ ਕੀਤੀ, ਉਸ ਦੇ ਵਿੱਚ ਸਿਰਮੌਰ ਪ੍ਰਾਣੀ ਇਸ ਮਾਨਵ ਰਚਨਾ ਹੈ। ਪਰਮਾਤਮਾ ਦੀ ਇਸ ਰਚਨਾ ਦੇ ਵਿੱਚ ਸਿਰਮੌਰ ਰਚਨਾ ਪਰਮਾਤਮਾ ਨੇ ਇਸ ਮਾਨਵ ਜਾਤੀ ਦੀ ਕੀਤੀ ਹੈ। ਜਦੋਂ ਸਾਡਾ ਆਪਸ ਵਿੱਚ ਮੇਲ ਜੋਲ ਹੋਇਆ, ਆਪਸੀ ਸਾਂਝ ਪੈਦਾ ਹੋਈ, ਉੱਥੋਂ ਹੀ ਵੈਰ ਵਿਰੋਧ ਬਣਿਆ, ਉੱਥੋਂ ਹੀ ਪਾਪ ਪੁੰਨ ਵੀ ਬਣਿਆ। ਇਸ ਲਈ ਜਦੋਂ ਅਸੀਂ ਪਾਪ ਪੁੰਨ ਦੀ ਵਿਆਖਿਆ ਕਰਦੇ ਹਾਂ ਤਾਂ ਇਸ ਜਗਤ ਰਚਨਾ ਦੇ ਨਾਲ ਕਰਕੇ ਵੇਖਣਾ ਪਏਗਾ, ਗੁਰਮਤਿ ਦੇ ਇੱਕ ਵਿਸ਼ਾਲ ਪਰਿਪੇਖ ਦੇ ਵਿੱਚ ਪਰਮਾਤਮਾ ਨੇ ਰਚਨਾ ਕੀਤੀ ਹੈ। ਅਤੇ ਮਾਨਵ ਜਾਤੀ ਜਿਹੜੀ ਉਸਨੇ ਪੈਦਾ ਕੀਤੀ, ਜੋ ਸਿਰਮੌਰ ਰਚਨਾ ਹੈ, ਇਸ ਨੂੰ ਜੀਵਨ ਸ਼ੈਲੀ, ਸਮਾਨ ਜੀਵਨ ਸ਼ੈਲੀ ਅਤੇ ਸਮਾਨ ਅਧਿਕਾਰ ਬਖਸ਼ਿਸ਼ ਕੀਤੇ ਹੈ। ਹਰ ਇੱਕ ਮਨੁੱਖ ਦੀ ਜੀਵਨ ਸ਼ੈਲੀ ਵੀ ਉਸੇ ਤਰ੍ਹਾਂ ਦੀ ਹੈ। ਉਹ ਸੱਭਿਆਚਾਰ ਥੋੜ੍ਹਾ ਵੱਖਰਾ ਹੋ ਸਕਦਾ ਹੈ, ਖਾਣਾ ਵੀ ਹੈ ਮਨੁੱਖ ਨੇ, ਪੀਣਾ ਵੀ ਹੈ, ਉਹਨੇ ਪਹਿਨਣਾ ਵੀ ਹੈ, ਨੰਗੇ ਨਹੀਂ ਰਹਿਣਾ, ਇਹ ਸੱਭਿਅਕ ਹੈ। ਜਿਉਂ-ਜਿਉਂ ਮਾਨਵਤਾ ਦਾ ਵਿਕਾਸ ਹੋਇਆ, ਔਰ ਹਰ ਮਨੁੱਖ ਹੈ, ਉਹ ਚਾਹੇ ਅਸੀਂ ਭਾਰਤ ਵਿੱਚ ਰਹੀਏ, ਚਾਹੇ ਅਸੀਂ ਅਮਰੀਕਾ ਵਿੱਚ ਰਹੀਏ, ਚਾਹੇ ਕੈਨੇਡਾ ਵਿੱਚ ਰਹੀਏ, ਚਾਹੇ ਦੁਨੀਆ ਦੇ ਕਿਸੇ ਕੋਨੇ ਵਿੱਚ ਰਹੀਏ, ਜੇ ਕੋਈ ਜੰਗਲ ਦੇ ਵੀ ਚਲਾ ਜਾਏ, ਜਿਵੇਂ ਸਿੱਧ ਲੋਕੀ ਚਲੇ ਗਏ ਸਨ, ਭਗੌੜੇ ਹੋ ਗਏ ਸੰਸਾਰ ਤੋਂ, ਉਹਨਾਂ ਨੂੰ ਵੀ ਖਾਣਾ ਜ਼ਰੂਰੀ ਹੈ, ਕਿਉਂਕਿ ਪੇਟ ਲੱਗਾ ਹਰ ਇਨਸਾਨ ਦੇ ਨਾਲ, ਖਾਣਾ ਜ਼ਰੂਰੀ ਹੈ। ਭਾਵੇਂ ਉਹਨਾਂ ਨੇ ਕੰਦ ਮੂਲ ਅਤੇ ਗਾਜਰਾਂ ਮੂਲੀਆਂ ਖਾ ਕੇ ਗੁਜ਼ਾਰਾ ਕੀਤਾ, ਲੇਕਿਨ ਖਾਣਾ ਜ਼ਰੂਰੀ ਹੈ। ਖਾਣ ਬਗੈਰ ਇਨਸਾਨ ਰਹਿ ਨਹੀਂ ਸਕੇਗਾ। ਬਰਾਬਰ ਜਾਂ ਸਮਾਨ ਜੀਵਨ ਸ਼ੈਲੀ ਪਰਮਾਤਮਾ ਨੇ ਮਨੁੱਖ ਨੂੰ ਬਖਸ਼ੀ ਹੈ, ਅਤੇ ਹਰ ਮਨੁੱਖ ਦੇ ਅਧਿਕਾਰ ਵੀ ਸਮਾਨ ਦਿੱਤੇ ਉਸ ਨੂੰ। ਉਸ ਦੇ ਲਈ ਰੋਟੀ ਹਰ ਇਨਸਾਨ ਲਈ ਜ਼ਰੂਰੀ ਹੈ, ਕੱਪੜਾ ਹਰ ਇਨਸਾਨ ਲਈ ਜ਼ਰੂਰੀ ਹੈ, ਪਾਣੀ ਉਹਨੂੰ ਚਾਹੀਦਾ, ਉਹਨੂੰ ਹਵਾ ਚਾਹੀਦੀ ਹੈ, ਉਹਨੂੰ ਅੱਗ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਉਸ ਦੇ ਲਈ ਪਰਮਾਤਮਾ ਨੇ ਬਣਾ ਦਿੱਤੀਆਂ। ਉਹਨੇ ਇੱਕ ਨਿਆਂ ਪ੍ਰਣਾਲੀ ਸੀ ਕਿ ਪਰਮਾਤਮਾ ਸਭੇ ਜੀ ਸੰਭਾਲ, ਸਾਰਿਆਂ ਦੀ ਸੰਭਾਲ ਕਰਦਾ, ਜਿਵੇਂ ਉਹ ਅਸੀਂ ਕਰਦੇ ਹਾਂ ਨਾ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ। ਕਹਿੰਦੇ ਕਿ ਮਾਨੋ ਪਰਮਾਤਮਾ ਨੇ ਆਪਣੇ ਹੱਥ ਦੀ ਤਲੀਆਂ ਦੇ ਉੱਪਰ ਇਹ ਸਾਰੇ ਖਜ਼ਾਨੇ ਰੱਖੇ ਹੋਏ ਨੇ, ਸਾਰਿਆਂ ਨੂੰ ਦੇਈ ਜਾ ਰਿਹਾ। ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਕ ਭੂਖ ਕੈਸੀ, ਨਵਨਿਧ ਨਾਮ ਨਿਧਾਨ ਗ੍ਰਹਿ ਤੇਰੇ। ਕਹਿੰਦੇ ਕਿ ਉਸ ਦੇ ਘਰ ਦੇ ਵਿੱਚ ਸਾਰੇ ਖਜ਼ਾਨੇ ਪਏ ਹੋਏ ਹਨ, ਅਤੇ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ ਉਹ ਪਰਮਾਤਮਾ ਹੈ। ਉਹ ਨਹੀਂ ਚਾਹੁੰਦਾ ਕਿ ਮੇਰਾ ਇਹ ਬਣਾਇਆ ਹੋਇਆ ਇਹ ਜੀਵ ਜਿਹੜਾ ਹੈ ਕਿਸੇ ਵੀ ਤਰੀਕੇ ਦੇ ਨਾਲ ਦੁਖੀ ਰਵੇ। ਜਿਵੇਂ ਉਹ ਮਾਤਾ ਪਿਤਾ ਦੀ ਅਸੀਂ ਗੱਲ ਕਰਦੇ ਹਾਂ ਨਾ, ਮਾਤਾ ਪਿਤਾ ਕਦੇ ਨਹੀਂ ਚਾਹੁੰਦੇ ਕਿ ਆਪਣੇ ਬੱਚੇ ਜਿਹੜੇ ਨੇ ਉਹਨਾਂ ਦੇ ਕਿਤੇ ਭੁੱਖੇ ਰਹਿਣ, ਉਹਨਾਂ ਨੂੰ ਕੋਈ ਦੁੱਖ ਹੋਵੇ, ਤਕਲੀਫ ਹੋਵੇ, ਮਾਤਾ ਪਿਤਾ ਨਹੀਂ ਚਾਹੁੰਦੇ। ਇਸੇ ਤਰ੍ਹਾਂ ਤੂੰ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ ਹੈ। ਅਸੀਂ ਉਸ ਨੂੰ ਕਿਤਨੇ ਰਿਸ਼ਤਿਆਂ ਦੇ ਉਸ ਪਰਿਪੇਖ ਦੇ ਵਿੱਚ ਵੇਖਦੇ ਹਾਂ। ਅਤੇ ਜਦੋਂ ਉਸ ਨੂੰ ਮਾਤਾ ਪਿਤਾ ਦੇ ਇਸ ਵਿਸ਼ਾਲ ਦਾਇਰੇ ਵਿੱਚ ਵੇਖਦੇ ਹਾਂ, ਸਾਡੇ ਸਭਨਾਂ ਦਾ ਮਾਤਾ ਪਿਤਾ ਸਾਨੂੰ ਪੈਦਾ ਕਰਨ ਵਾਲਾ, ਬਣਾਉਣ ਵਾਲਾ, ਸਿਰਜਣ ਵਾਲਾ, ਪ੍ਰਤਪਾਲਨਾ ਕਰਨ ਵਾਲਾ ਉਹੀ ਹੈ। ਅਤੇ ਫਿਰ ਉਹ ਨਹੀਂ ਚਾਹੁੰਦਾ ਕਿ ਮੇਰਾ ਇਹ ਬਣਾਇਆ ਹੋਇਆ ਜੀਵ ਸੰਸਾਰ ਦੇ ਵਿੱਚ, ਇਹ ਸਮਾਜ ਜਿਹੜਾ ਕੋਈ ਦੁਖੀ ਰਵੇ, ਸਾਰਿਆਂ ਨੂੰ ਬਰਾਬਰ ਦੇ ਨਿਆਂ ਮਿਲਣ, ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲੇ। ਇਹ ਉਸ ਦੀ ਇੱਕ ਨਿਆਂ ਪ੍ਰਣਾਲੀ ਹੈ ਜੋ ਇਸਨੇ ਪਰਮਾਤਮਾ ਨੇ ਇੱਕ ਸਮਾਨ ਜੀਵਨ ਸ਼ੈਲੀ ਅਤੇ ਸਮਾਨ ਨਿਆਂ ਪ੍ਰਣਾਲੀ ਸਭ ਦੇ ਲਈ ਬਣਾਈ ਹੋਈ ਹੈ। ਲੇਕਿਨ ਇਸ ਦੇ ਨਾਲ ਨਾਲ ਇੱਕ ਹੋਰ ਪ੍ਰਣਾਲੀ ਹੈ। ਜਿਉਂ-ਜਿਉਂ ਮਨੁੱਖਤਾ ਦਾ ਵਿਕਾਸ ਹੋਇਆ, ਮਨੁੱਖ ਦੇ ਅੰਦਰ ਇੱਕ ਦੂਜੇ ਮਨੁੱਖ ਦੇ ਉੱਪਰ ਹੁਕਮ ਚਲਾਉਣ ਦੀ, ਉਸ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੀ ਲਾਲਸਾ ਪੈਦਾ ਹੋਈ। ਸਮਾਜ ਬਣਿਆ, ਲੇਕਿਨ ਮਨੁੱਖ ਦੇ ਅੰਦਰ ਇਹ ਲਾਲਸਾ ਵੱਧਦੀ ਗਈ ਕਿ ਮੇਰਾ ਹੁਕਮ ਚੱਲਣਾ ਚਾਹੀਦਾ ਹੈ, ਮੈਂ ਰਾਜ ਕਰਾਂ, ਮੈਂ ਆਪਣਾ ਹੱਕ ਜਮਾਵਾਂ। ਅਤੇ ਇਸ ਤੋਂ ਕੀ ਹੋਇਆ ਕਿ ਉਹ ਜਿਹੜੀ ਨਿਆਂ ਪ੍ਰਣਾਲੀ ਸੀ ਪਰਮਾਤਮਾ ਦੀ, ਉਸ ਦੇ ਵਿੱਚ ਆਪਾਂ ਇੰਟਰਫੇਅਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਉਹ ਨਿਆਂ ਪ੍ਰਣਾਲੀ ਹੈ ਜਿਸ ਦੇ ਬਾਰੇ ਗੁਰੂ ਅਰਜਨ ਪਾਤਸ਼ਾਹ ਜੀ ਵੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ। ਕਹਿੰਦੇ ਨੇ ਭਾਈ ਇੱਕ ਐਸਾ ਸਮਾਜ ਸਿਰਜਣਾ, ਅਸੀਂ ਸ਼ਹਾਦਤਾਂ ਕਿਉਂ ਦਿੱਤੀਆਂ, ਅਸੀਂ ਕਿਉਂ ਟਕਰਾਉਂਦੇ ਹਾਂ, ਬਦੀਆਂ ਦੇ ਨਾਲ ਕਿਉਂ ਜੂਝਦੇ ਹਾਂ, ਸੱਚ 'ਤੇ ਪਹਿਰਾ ਕਿਉਂ ਦਿੰਦੇ ਹਾਂ? ਕਿਉਂਕਿ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ। ਇਹੀ ਗੱਲ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤੀ, ਉਹਨਾਂ ਦੀ ਸ਼ਹਾਦਤ ਹੋਈ। ਔਰ ਗੁਰੂ ਸਾਹਿਬ ਕਹਿੰਦੇ ਹੁਣ ਹੁਕਮ ਹੋਆ ਮਿਹਰਬਾਨ ਦਾ, ਭੈ ਕੋਈ ਨਾ ਕਿਸੇ ਰਜਾਨ ਦਾ, ਸਭ ਸੁਖਾਲੀ ਬੁਠੀਆ ਇਹ ਹੋਆ ਹਲੇਮੀ ਰਾਜ ਜੀਓ। ਕਹਿੰਦੇ ਅਸੀਂ ਇੱਕ ਹਲੇਮੀ ਰਾਜ ਕਾਇਮ ਕਰਨਾ ਹੈ, ਜਿਸ ਦੇ ਵਿੱਚ ਉਹ ਰਾਜ ਹੋਵੇਗਾ ਜਿਹੜਾ ਪਰਮਾਤਮਾ ਤੋਂ ਲਿਆਂਦਾ ਸੀ।
परमात्मा का राज ऐसा है, उसकी न्याय प्रणाली ऐसी है कि सारिਆਂ ਨੂੰ बराबर दे हक दिंदा है। तो असी जो कोई हक खोण की कोशिश करेगा तो असी हक खोण नहीं देने, असी एक ऐसा राज कायम करना है। इस तरह की तस्वीर भगत कबीर साहब भी खिंचते हैं। बेगमपुरा जिसनों कहते हैं, बेगमपुरा शहर को नाओ दुख अंदो नहीं तो नहीं तै ठाओ। भगत रविदास जी कहते भाई बेगमपुरा एक ऐसा शहर बनाया जाए, एक ऐसा शहर सिरजा जाए। वो किहड़ा शहर है, कोई वखरा नहीं, सतवें आसमान ते नहीं, इसे संसार की गल करते। कहते इस संसार नूं बेगमपुरा बना देना है, जिथे कोई गम ना होवे, किथे कोई दुख तकलीफ ना होवे, ना तशवीश खिराज ना माल, खौफ ना खता ना तरस जवाल। किसी नूं भै ना दिता जाए, किसी नूं डरावा ना दिता जाए, किसी के हक ना मारे जान, किसी नूं दुख तकलीफ ना होवे। असी एक ऐसा बेगमपुरा इस्टैबलिश कर देना है। ये हुण परमात्मा की एक न्याय प्रणाली है। हुण इस न्याय प्रणाली दे नाल जिहड़ी मनुख ने एक न्याय प्रणाली बना दी, उस दे विच की कीता? दूजे दे हक्कां नूं मारना, दूजे हक्कां नूं खोहना, जिहड़े मिनारिटीज़ दे विच ने उन्हां नूं दबा के रखना। ये जदों इस तरह की न्याय प्रणाली जिहड़ी मनुखता ने सिरजी है, वो मानो पाप वाली न्याय प्रणाली सी, ते जिहड़ी परमात्मा की न्याय प्रणाली वो मानो पुण्य वाली। इसलिए जदों असीं इस पाप ते पुण्य की व्याख्या करते हैं ब्रॉडर आसपैक्ट दे विच, ते की है इसका अंतर की है कि परमात्मा की एक न्याय प्रणाली के अधीन रहन वाली वो सकारात्मक सोच, वो बिरती जिहड़ी उसारू बिरती है, जो सच की गल करती है, जो धर्म की गल करती है, जो अणख ते स्वैमान की गल करती है, जो दूजे दे हितां नूं बचाउण की गल करती है, जो मानवी हितां की गल करती है, वो पुण्य वाली बिरती है। तो दूजे बन्ने जिहड़ी ढैंदी कला वाली जिहड़ी बिरती है, जिहड़े दूजे दे हक्कां नूं मारन वाली बिरती है, अपना राज दूजे उत्ते चलाउण वाली बिरती है, किसी दे हक नूं मारन वाली बिरती है, किसी नूं दबाउण वाली बिरती है, किसी नूं दुख देण वाली बिरती है, जो ढाऊ बिरती है वो पाप वाली बिरती है। इनू पाप ते पुण्य नूं असीं इस ढंग दे नाल लै सकदे हां। हुण पाप ते पुण्य ये मनुख दीआं मनोबिरतियां दा विकास है। पाप वाली बिरती भी मनुख दी मनोबिरतियां दा विकास है, लेकिन इसदा धुरा कौन है? जदों पाप वाली किसी दी बिरती है, उसका विकास उसकी मनोबिरती तो निकलता है, लेकिन उसका धुरा है उसका मन। मेरी अगर पाप वाली बिरती है, मैं जुड़िया अपने मन के नाल। पहला क्या सी, क्या इसकी आरंभता होनी है परमात्मा तू बेमुखता। ये मूल है सारे पापां दा। जदों मैं परमात्मा तू बेमुख हाँ तो अपने मन के पिछे तुरदा हाँ, मैं परमात्मा के हुक्म तो आकी हाँ, तो मेरे अंदर वो पाप वाली बिरती पैदा होंदी है। लेकिन जिहड़ी दूजे बन्ने मनुख की उसारू बिरती है, वो पुण्य वाली बिरती है। निकलदियां मनुख दे इस मानसिक बिरती विचों दोनों निकलदे हैं। एक दा धुरा मन है, एक दा धुरा परमात्मा है। जिहड़ा परमात्मा दे नाल जुड़े रहेगा, जिहड़ा परमात्मा दे सन्मुख है, उस दे अंदर उसारू बिरती होवेगी। जिथे उसदे अपना जीवन उसारू होएगा, वो एक उसारू समाज सिरजेगा। लेकिन जिसदा धुरा मन है वो ढैंदी कला वाला होएगा, उसकी बिरती ढैंदी कला वाली होएगी, वो ढैंदी कला वाला ही समाज सिरजेगा। समाज दे विच गंदगी फैलाएगा, समाज दे विच समाज नूं दुख देगा। पुण्य वाली बिरती समाज नूं सुख देंदी है, ते पाप वाली बिरती समाज नूं दुख देंदी है। ये अंतर है, लेकिन इसका परिपेख भी वख-वख है। पाप ते पुण्य नूं असीं समझना होवे ना, तो इसके वख-वख अलग-अलग ढंग तरीके नाल इसकी व्याख्या की गई। आपां वेखदे हां, छोटी मिसाल लैके समझना होवे। पाप ते पुण्य केवल अखर मात्र आपां कह सकते हाँ। ये साडी मनोबिरतियां दा विकास है, जां चंगियां जां माड़ियां, परमात्मा दे नाल जुड़ के चंगी ते मन दे नाल जुड़ के माड़ी। इसलिए गुरु साहब ने कहा सी ना कि सो सिख सखा बंदप है भाई, जे गुर के भाणे विच आप है आवे। अपने भाणा जो चले भाई विछड़ चोटां खावे, विछड़िया रहेगा तो संसार दे विच होई काम करता रहेगा, विछोड़े ही पांदा रहेगा। परमात्मा के भाणे विच आ जाइए तो उसारू बिरती बन जाएगी। जे परमात्मा तो दूरी बनाओगे तो ढाऊ भी बिरती बनेगी, तो फिर वो पाप वाली बिरती है। हुण आपां इसनूं समझना होवे पाप ते पुण्य की है। साडी व्याख्या है, गुरु साहब ने यह व्याख्या नहीं की। हुण जदों असीं देखदे हां ते फर्ज करो कि एक भारतीय सैनिक है, भारत का सैनिक है, वो किसी दूजे मुल्क के सैनिक नूं, फर्ज करो कि पाकिस्तान का कोई सैनिक होवे, उन्होंने गोली मार के मार दिंदा। आपस दे विच लड़ाइयां होंदियां, युद्ध होंदे, तो साडा कोई सैनिक जिहड़ा है
ਕਿਸੇ ਦੂਸਰੇ ਮੁਲਕ ਦੇ ਸੈਨਿਕ ਨੂੰ ਮਾਰ ਦੇਵੇ, ਉਹ ਭਾਰਤੀਆਂ ਲਈ ਕੀ ਹੈ? ਉਹ ਪੁੰਨ ਹੈ, ਬੜਾ ਵੱਡਾ ਪੁੰਨ ਮੰਨਦੇ ਹੈ ਕਿ ਉਸਨੇ ਆਪਣੇ ਦੇਸ਼ ਦੀ ਰੱਖਿਆ ਕੀਤੀ ਹੈ। ਪਰਮਾਤਮਾ ਇਸ ਵਿਚਾਰਧਾਰਾ ਨੂੰ ਨਹੀਂ ਮੰਨਦਾ, ਨਾ ਗੁਰਮਤਿ ਇਸ ਵਿਚਾਰਧਾਰਾ ਨੂੰ ਮੰਨਦੀ ਹੈ। ਮੈਂ ਪਹਿਲਾਂ ਕਿਹਾ ਸੀ ਕਿ ਪੁੰਨ ਤੇ ਪਾਪ ਬੜਾ ਵਿਸ਼ਾਲ ਦਾਇਰਾ ਹੈ। ਭਾਰਤੀਆਂ ਦੇ ਲਈ ਉਸ ਵੱਲੋਂ, ਉਸ ਦੇ ਸੈਨਿਕ ਵੱਲੋਂ ਮਾਰੇ ਹੋਏ ਕਿਸੇ ਦੂਜੇ ਸੈਨਿਕ ਨੂੰ ਇਹ ਬੜਾ ਵੱਡਾ ਪੁੰਨ ਸਮਝਿਆ ਜਾਏਗਾ। ਲੇਕਿਨ ਜੇ ਅਸੀਂ ਨਜ਼ਰੀਏ ਦੇ ਨਾਲ ਦੇਖੀਏ, ਪਰਮਾਤਮਾ ਦੀ ਸੋਚ ਦੇ ਨਾਲ ਦੇਖੀਏ, ਤੇ ਜਿਹੜਾ ਸੈਨਿਕ ਮਾਰਿਆ ਗਿਆ ਉਸ ਦਾ ਪਰਿਵਾਰ ਜਿਹੜਾ ਪਿੱਛੇ ਰਹਿ ਗਿਆ, ਭੁੱਖਾ ਪਰਿਵਾਰ, ਛੋਟੇ ਛੋਟੇ ਬੱਚੇ, ਕਿਆ ਉਹ ਪਾਪ ਨਹੀਂ ਹੈ? ਪਾਪ ਕੇ ਘਟਨਾ ਇੱਕੋ ਹੀ ਹੈ, ਘਟਨਾ ਇੱਕੋ ਹੀ ਹੈ। ਇੱਕ ਸੈਨਿਕ ਨੇ ਦੂਜਾ ਸੈਨਿਕ ਮਾਰ ਦਿੱਤਾ, ਇੱਕ ਸੈਨਿਕ ਹੀਰੋ ਬਣ ਗਿਆ, ਉਸ ਦੇ ਲਈ ਉਹ ਪੁੰਨ ਵਾਲਾ ਕਰਮ ਹੈ। ਲੇਕਿਨ ਦੂਜਾ ਸੈਨਿਕ ਮਾਰਿਆ ਗਿਆ, ਉਸ ਦੇ ਬੱਚੇ ਭੁੱਖੇ ਰਹਿ ਗਏ, ਬੱਚੇ ਛੋਟੇ ਰਹਿ ਗਏ, ਪਰਿਵਾਰ ਗਰੀਬ ਹੋ ਗਿਆ, ਯਤੀਮ ਹੋ ਗਿਆ। ਘਟਨਾ ਇੱਕੋ ਹੀ ਹੈ, ਲੇਕਿਨ ਦੋਵਾਂ ਦੇ ਵਿੱਚ ਪਾਪ ਤੇ ਪੁੰਨ ਦੋਨੋਂ ਛੁਪੇ ਹੋਏ ਨੇ। ਇੱਕ ਦੇ ਲਈ ਪੁੰਨ ਦਾ ਕਰਮ ਹੈ, ਲੇਕਿਨ ਜੇ ਉਸ ਨੂੰ ਬਰਾਡਰ ਐਸਪੈਕਟ ਦੇ ਵੀ ਦੇਖੋ ਤਾਂ ਕਿਆ ਉਹ ਯਤੀਮ ਬੱਚਿਆਂ ਨੂੰ ਮਾਰ ਦੇਣਾ, ਉਹਨਾਂ ਨੂੰ ਭੁੱਖੇ ਕਰ ਦੇਣਾ, ਪਰਿਵਾਰ ਨੂੰ ਯਤੀਮ ਕਰ ਦੇਣਾ, ਉਹ ਪਾਪ ਨਹੀਂ ਹੈ? ਅਸੀਂ ਤਾਂ ਕਹਾਂਗੇ ਪੁੰਨ ਹੈ, ਲੇਕਿਨ ਪਰਮਾਤਮਾ ਦੀ ਨਜ਼ਰ ਦੇ ਵਿੱਚ ਇਹ ਪਾਪ ਹੈ। ਹੁਣ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਈ ਸੱਚ ਬੋਲਣਾ ਇਹ ਜਿਹੜਾ ਪੁੰਨ ਵਾਲਾ ਕਰਮ ਹੈ, ਝੂਠ ਬੋਲਣਾ ਪਾਪ ਵਾਲਾ ਕਰਮ ਹੈ, ਲੇਕਿਨ ਇਸ ਦਾ ਵੀ ਪਰਿਪੇਖ ਵੱਖ-ਵੱਖ ਹੈ। ਹੁਣ ਆਪਾਂ ਦੇਖਦੇ ਹਾਂ ਕਿ ਝੂਠ ਬੋਲਣ ਨੂੰ ਇੱਕ ਛੋਟਾ ਜਾਂ ਵੱਡਾ ਪੁੰਨ ਜਾਂ ਪਾਪ, ਇਹ ਵੀ ਵਿਆਖਿਆ ਕੀਤੀ ਗਈ ਹੈ ਬਈ ਇਹ ਛੋਟਾ ਪਾਪ ਹੈ। ਕਿਸੇ ਦੀ ਹੱਤਿਆ ਕਰਨੀ ਵੱਡਾ ਪਾਪ ਹੈ, ਝੂਠ ਬੋਲਣਾ ਉਸ ਤੋਂ ਥੋੜਾ ਛੋਟਾ ਪਾਪ ਹੈ। ਲੇਕਿਨ ਕਿਆ ਝੂਠ ਬੋਲ ਕੇ ਹਜ਼ਾਰਾਂ ਬੰਦਿਆਂ ਦੀ ਹੱਤਿਆ ਅਗਰ ਹੋ ਜਾਏ, ਉਹ ਕਿੰਨਾ ਪਾਪ ਆਏਗਾ? ਉਹ ਛੋਟੇ ਵਿੱਚ ਆਏਗਾ, ਵੱਡੇ ਵਿੱਚ ਆਏਗਾ। ਇੱਕ ਐਸਾ ਝੂਠ, ਇੱਕ ਬੰਦੇ ਦੀ ਹੱਤਿਆ ਹੋ ਗਈ, ਅਸੀਂ ਕਹਿੰਦੇ ਜੀ ਬੜਾ ਵੱਡਾ ਪਾਪ ਹੈ, ਕਿਸੇ ਨੇ ਝੂਠ ਬੋਲਿਆ ਨਹੀਂ ਜੀ, ਥੋੜਾ ਛੋਟਾ ਪਾਪ ਹੈ। ਲੇਕਿਨ ਇੱਕ ਬੰਦੇ ਨੇ ਝੂਠ ਬੋਲਿਆ, ਹਜ਼ਾਰਾਂ ਬੰਦਿਆਂ ਦੀ ਹੱਤਿਆ ਹੋ ਗਈ, ਕਿਆ ਉਹ ਮਹਾਪਾਪ ਦੇ ਵਿੱਚ ਨਹੀਂ ਆਏਗਾ? ਇਸ ਲਈ ਪਾਪ ਤੇ ਪੁੰਨ ਦੀ ਵਿਆਖਿਆ ਬੜੀ ਬਰਾਡਰ ਐਸਪੈਕਟ ਦੇ ਵਿੱਚ ਹੈ। ਹੁਣ ਸੱਚ ਬੋਲਣਾ ਅਸੀਂ ਕਹਿੰਦੇ ਹਾਂ ਪੁੰਨ ਹੈ, ਝੂਠ ਬੋਲਣਾ ਪਾਪ ਹੈ। ਲੇਕਿਨ ਸੱਚ ਬੋਲਿਆ ਗੰਗੂ ਬ੍ਰਾਹਮਣ ਨੇ ਵੀ, ਸੱਚ ਗੰਗੂ ਬ੍ਰਾਹਮਣ ਨੇ ਵੀ ਬੋਲਿਆ, ਲੇਕਿਨ ਉਸ ਸੱਚ ਨੇ ਕੀ ਕੀਤਾ? ਦੋ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ, ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰਵਾ ਦਿੱਤਾ। ਉਸਨੇ ਬੋਲਿਆ ਸੱਚ ਹੈ, ਲੇਕਿਨ ਉਸ ਦਾ ਸੱਚ, ਇਸ ਕਰਕੇ ਇਹ ਦੇਖਣਾ ਹੈ ਕਿ ਪਾਪ ਤੇ ਪੁੰਨ ਦੇ ਪਿੱਛੇ ਕੀਤੇ ਹੋਏ ਕਰਮ ਦੇ ਪਿੱਛੇ ਭਾਵਨਾ ਕੀ ਹੈ। ਮੈਂ ਸੱਚ ਬੋਲ ਰਿਹਾ, ਲੇਕਿਨ ਮੇਰੀ ਭਾਵਨਾ ਕੀ ਹੈ? ਮੈਂ ਝੂਠ ਬੋਲ ਰਿਹਾ, ਮੇਰਾ ਝੂਠ ਵੀ ਸੱਚ ਸਾਬਤ ਹੋ ਸਕਦਾ ਹੈ, ਉਹ ਵੀ ਪੁੰਨ ਬਣ ਸਕਦਾ ਹੈ, ਲੇਕਿਨ ਮੇਰੀ ਭਾਵਨਾ ਦੇਖਣੀ ਪਏਗੀ। ਹੁਣ ਆਪਾਂ ਅਸੀਂ ਦੇਖਦੇ ਹਾਂ ਕਿ ਸੁੱਖਾ ਸਿੰਘ ਮਤਾਬ ਸਿੰਘ ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ, ਉਹਨਾਂ ਨੇ ਝੂਠ ਬੋਲਿਆ, ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਝੂਠ ਬੋਲਿਆ, ਕਿਉਂਕਿ ਮੱਸਾ ਰੰਗੜ ਕੀ ਕਰਦਾ ਸੀ? ਅੰਦਰ ਕੰਜਰੀਆਂ ਨਚਾਉਂਦਾ ਸੀ, ਤੇ ਉਹਨਾਂ ਨੇ ਝੂਠ ਬੋਲਿਆ, ਭੇਸ ਬਦਲਿਆ ਆਪਣਾ, ਤੇ ਬੋਰੀ ਭਰੀ ਠੀਕਰੀਆਂ ਦੀ ਉਹਨਾਂ ਨੇ ਕਿਹਾ ਜੀ, ਜਦੋਂ ਬਾਹਰ ਪਹਿਰੇਦਾਰ ਸਨ, ਪਹਿਰੇਦਾਰਾਂ ਨੂੰ ਕਹਿਣ ਲੱਗੇ ਅਸੀਂ ਮਾਮਲਾ ਤਾਰਨ ਜਾਣਾ ਹੈ, ਭਾਵ ਇਹ ਅਸੀਂ ਦੇਣ ਜਾਣਾ ਹੈ ਮੱਸੇ ਰੰਗੜ ਨੂੰ, ਇਹ ਠੀਕਰੀਆਂ ਨਹੀਂ ਨੇ, ਅਸ਼ਰਫੀਆਂ ਨੇ, ਮਾਮਲਾ ਦੇਣ ਜਾਣਾ ਹੈ। ਉਹਨਾਂ ਨੇ ਝੂਠ ਬੋਲ ਕੇ ਅੰਦਰ ਗਏ, ਤੇ ਜਦੋਂ ਅੰਦਰ ਜਾ ਕੇ ਮੱਸਾ ਰੰਗੜ ਜਿਹੜਾ ਉਹ ਨਾਚ ਕਰਾਉਂਦਾ ਸੀ, ਤੇ ਉਹਨਾਂ ਨੇ ਬੋਰੀ ਸੁੱਟੀ ਥੱਲੇ, ਠੀਕਰੀਆਂ ਦੀ ਆਵਾਜ਼ ਆਈ, ਉਹਨੇ ਸੋਚਿਆ ਅਸ਼ਰਫੀਆਂ ਨੇ, ਅਸ਼ਰਫੀਆਂ ਲੈਣ ਦੇ ਅੱਗੇ ਦੌੜਿਆ, ਉਸਦਾ ਸਿਰ ਕਤਲ ਕਰ ਦਿੱਤਾ। ਉਸਦਾ ਸਿਰ ਧੜ ਨਾਲੋਂ ਵੱਖ ਕਰਕੇ ਤੇ ਫਿਰ ਵਾਪਸ ਆਏ। ਸੁੱਖਾ ਸਿੰਘ ਮਤਾਬ ਸਿੰਘ ਨੇ ਉਹ ਝੂਠ ਬੋਲਿਆ, ਲੇਕਿਨ ਕਿਸ ਦੇ ਲਈ? ਉਹਨਾਂ ਦਾ ਉਹ ਝੂਠ ਬੋਲਿਆ ਹੋਇਆ, ਅਸੀਂ ਉਸ ਨੂੰ ਝੂਠ ਨਹੀਂ ਮੰਨਦੇ, ਉਹ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਦੇ ਲਈ ਇੱਕ ਬਹੁਤ ਵੱਡਾ ਸੱਚ ਬਣ ਗਿਆ। ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਉਸ ਦਾ ਗੰਗੂ ਬ੍ਰਾਹਮਣ ਦਾ ਬੋਲਿਆ ਹੋਇਆ ਸੱਚ, ਅੱਜ ਅਸੀਂ ਉਸ ਸੱਚ ਨੂੰ ਨਹੀਂ ਮੰਨਦੇ, ਉਹਨੂੰ ਝੂਠ ਮੰਨਿਆ ਜਾਂਦਾ ਹੈ। ਸਾਰੀ ਦੁਨੀਆ ਉਸ ਨੂੰ ਨਕਾਰਦੀ ਹੈ, ਕਿਉਂਕਿ ਉਸ ਦੇ ਇਸ ਇੱਕ ਸੱਚ ਨੇ ਉਹਨਾਂ ਨਿੱਕੀਆਂ ਜਿੰਦਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ। ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਗਨੀ ਖਾਨ ਤੇ ਨਬੀ ਖਾਨ ਨੇ, ਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਵੀ ਝੂਠ ਬੋਲਿਆ। ਸਿਪਾਹੀਆਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਿਕਲਦੇ ਹੈ ਉੱਥੋਂ, ਤੇ ਉਹਨਾਂ ਨੂੰ ਮੰਜੇ ਉੱਤੇ ਬਿਠਾ ਕੇ ਅਗਲੇ ਪਾਸੇ ਗਨੀ ਖਾਨ ਤੇ ਨਬੀ ਖਾਨ ਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਤੇ ਉਹ ਨਿਕਲ ਰਹੇ ਨੇ ਉੱਥੋਂ, ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਨਿਕਲਿਆ। ਤੇ ਜਦੋਂ ਸਿਪਾਹੀ ਸਾਹਮਣੇ ਆਏ ਤੇ ਗਨੀ ਖਾਨ ਤੇ ਨਬੀ ਖਾਨ ਨੇ ਝੂਠ ਬੋਲਿਆ ਉੱਥੇ, ਕਹਿਣ ਲੱਗੇ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ, ਇਹ ਉੱਚ ਦੇ ਪੀਰ ਨੇ। ਲੇਕਿਨ ਉਹਨਾਂ ਦੇ ਝੂਠ ਨੂੰ ਅੱਜ ਵੀ ਅਸੀਂ ਸੱਚ ਮੰਨਦੇ ਹਾਂ, ਰਹਿੰਦੀ ਦੁਨੀਆ ਤੱਕ ਉਸ ਨੂੰ ਸੱਚ ਮੰਨਿਆ ਜਾਏਗਾ। ਕਿ ਕਿਉਂ? ਕਿ ਉਹਨਾਂ ਨੇ ਉਹ ਝੂਠ ਬੋਲਿਆ
ਜਿਸ ਦੇ ਲਈ ਉਹਨਾਂ ਨੇ ਹੱਕ ਸੱਚ ਦੀ ਖਾਤਰ ਝੂਠ ਬੋਲਣਾ ਪਿਆ ਉੱਥੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਉੱਥੋਂ ਬਾਹਰ ਕੱਢਿਆ ਉਹਨਾਂ ਨੇ ਝੂਠ ਬੋਲ ਕੇ। ਇਸ ਕਰਕੇ ਦੇਖਣਾ ਇਹ ਹੈ ਕਿ ਮੇਰਾ ਝੂਠ ਵੀ ਪੁੰਨ ਹੋ ਸਕਦਾ ਹੈ ਜੇ ਮੇਰੀ ਭਾਵਨਾ ਚੰਗੀ ਹੈ, ਲੇਕਿਨ ਜੇ ਮੇਰਾ ਕੀਤਾ ਹੋਇਆ ਪੁੰਨ ਉਸ ਦੇ ਪਿੱਛੇ ਭਾਵਨਾ ਮਾੜੀ ਹੈ ਤੇ ਫਿਰ ਉਹ ਪਾਪ ਕਰਮ ਹੈ, ਉਹ ਪਾਪ ਕਰਮ ਹੈ। ਲੇਕਿਨ ਅਸੀਂ ਕਈ ਵਾਰੀ ਇਹ ਪਾਪ ਤੇ ਪੁੰਨ ਕਰਦੇ ਹਾਂ ਤੇ ਇਹਨਾਂ ਨੂੰ ਦੁਨਿਆਵੀ ਤਲ ਤੇ ਫਿਰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ। ਫਰਜ਼ ਕਰੋ ਆਪਾਂ ਦੇਖਣੀ ਇਸ ਨੂੰ ਹੋਰ ਥੋੜ੍ਹੇ ਆਸਪੈਕਟ ਦੇ ਵੀ ਦੇਖੀਏ, ਪਾਪ ਤੇ ਪੁੰਨ ਕੀ ਹੈ। ਵਿਆਖਿਆ ਬੜੀ ਵੱਡੀ ਹੈ, ਸਮਾਂ ਸਾਡੇ ਪਾਸ ਘੱਟ ਹੈ। ਅੱਜ ਅਸੀਂ ਦੇਖਦੇ ਹਾਂ ਕਿ ਸਰਕਾਰਾਂ ਨੇ ਇੱਕ ਬੜਾ ਵੱਡਾ ਟ੍ਰੇਡ ਬਣਾਇਆ ਹੋਇਆ। ਮੈਕਸਿਮਮ ਸਰਕਾਰਾਂ ਦਾ ਜਿਹੜੀਆਂ ਵੱਖ-ਵੱਖ ਸਟੇਟਾਂ ਨੇ ਜਾਂ ਅਸੀਂ ਸੈਂਟਰਲ ਸਰਕਾਰ ਦਾ ਹੀ ਕਰ ਲਈਏ, ਬੜਾ ਵੱਡਾ ਟ੍ਰੇਡ ਹੈ ਰੈਵਨਿਊ ਜਿਹੜਾ ਅਰਨ ਕਰਦੀਆਂ। ਕਿੱਥੋਂ? ਸ਼ਰਾਬ ਦਾ ਬਹੁਤ ਵੱਡਾ ਟ੍ਰੇਡ ਹੈ। ਹਰ ਸ਼ਹਿਰ ਦੇ ਵਿੱਚ 60-60 70-70 100 ਇਹ ਜੰਮੂ ਜਿਹੜਾ ਜਿਸ ਨੂੰ ਮੰਦਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ, ਇੱਥੇ ਮੇਰੇ ਖਿਆਲ ਘੱਟ ਤੋਂ ਘੱਟ ਜ਼ਿਆਦਾ ਨਹੀਂ ਤੇ 250-300 ਦੁਕਾਨ ਹੈ ਸ਼ਰਾਬ ਦੀ। ਰੈਵਨਿਊ ਅਰਨ ਕਰਦੇ ਆ ਇੱਥੋਂ, ਇਹ ਬੜਾ ਵੱਡਾ ਟ੍ਰੇਡ ਹੈ। ਲੇਕਿਨ ਇਹ ਹੁਣ ਤੁਸੀਂ ਦੇਖੋ ਕਿ ਪਹਿਲਾਂ ਸ਼ਰਾਬ ਵਰਤਾਈ ਜਾਂਦੀ ਹੈ, ਇੱਕ ਟ੍ਰੇਡ ਹੈ, ਇਹਨੂੰ ਸ਼ਰਾਬ ਲੋਕਾਂ ਤੱਕ ਵਰਤਾਈ ਜਾਂਦੀ ਹੈ। ਕਿਆ ਇਹ ਪਾਪ ਹੈ ਜਾਂ ਪੁੰਨ ਹੈ? ਅਸੀਂ ਕਹਿੰਦੇ ਹਾਂ ਜੀ ਉਹ ਸਰਕਾਰਾਂ ਰੈਵਨਿਊ ਅਰਨ ਕਰਦੀਆਂ ਤੇ ਫਿਰ ਲੋਕਾਂ ਨੂੰ ਤਨਖਾਹ ਦਿੰਦੀਆਂ, ਇਹ ਹੁਣ ਇਹ ਪਾਪ ਹੈ ਜਾਂ ਪੁੰਨ ਹੈ? ਫਿਰ ਤੁਸੀਂ ਪਹਿਲਾਂ ਇਹ ਸ਼ਰਾਬ ਨੂੰ ਟ੍ਰੇਡ ਬਣਾਓ, ਲੋਕਾਂ ਨੂੰ ਸ਼ਰਾਬ ਪਿਲਾਓ, ਦੁਕਾਨਾਂ ਜਾਇਜ਼ ਜਾਇਜ਼ ਹੈ ਖੋਲ੍ਹ ਕੇ, ਤੇ ਉਹ ਸ਼ਰਾਬ ਲੈ ਜਾਣ ਘਰ ਦੇ ਵਿੱਚ ਸ਼ਰਾਬ ਪੀਣ, ਉਹਨਾਂ ਦਾ ਗੁਰਦਾ ਖਰਾਬ ਹੋਵੇ, ਬਲੱਡ ਪ੍ਰੈਸ਼ਰ ਹੋਵੇ, ਉਹਨਾਂ ਦੀ ਕਿਡਨੀ ਫੇਲੀਅਰ ਹੋਵੇ, ਹਾਰਟ ਅਟੈਕ ਹੋ ਜਾਏ। ਪਹਿਲੇ ਬੰਦਿਆਂ ਨੂੰ ਤੁਸੀਂ ਬਿਮਾਰ ਕਰੋ ਤੇ ਫਿਰ ਤੁਸੀਂ ਹਸਪੀਟਲ ਵੀ ਖੋਲੋ। ਉਸੇ ਰੈਵਨਿਊ ਦੇ ਨਾਲ ਤੁਸੀਂ ਕਹੋ ਜੀ ਅਸੀਂ ਹਸਪੀਟਲ ਵੀ ਬਣਾਇਆ, ਸ਼ਰਾਬਾਂ ਦੀਆਂ ਦੁਕਾਨਾਂ ਤੁਸੀਂ ਖੋਲ੍ਹ ਦਿੱਤੀਆਂ, ਪੈਸੇ ਕਮਾਈ ਕੀਤੀ ਗੌਰਮੈਂਟ ਨੇ, ਉਸ ਦੇ ਨਾਲ ਕੁਝ ਹਸਪਤਾਲ ਖੋਲ੍ਹੇ, ਫਿਰ ਉੱਥੇ ਹੀ ਬੰਦਿਆਂ ਦਾ ਇਲਾਜ ਕਰਾਉਣਾ ਹੁਣ ਪਾਪ ਹੈ ਜਾਂ ਪੁੰਨ ਹੈ? ਕਿਸ ਤਰ੍ਹਾਂ ਵਿਆਖਿਆ ਕਰੋਗੇ ਤੁਸੀਂ? ਇੱਕ ਬੰਦਾ ਸ਼ਰਾਬ ਵੇਚ ਰਿਹਾ, ਉਹ ਸ਼ਾਮ ਨੂੰ 50-60 ਹਜ਼ਾਰ ਰੁਪਇਆ ਉਸਦੀ ਇਨਕਮ ਹੈ, ਜਾਂ 10,000 ਇਨਕਮ ਹੈ, 20,000 ਇਨਕਮ ਹੈ, ਤੇ ਫਿਰ ਉਹ ਆ ਕੇ ਗੁਰਦੁਆਰੇ ਲੰਗਰ ਵੀ ਲਗਾ ਲਵੇ, ਉਸੇ ਪੈਸੇ ਦੇ ਵਿੱਚੋਂ ਪਾਪ ਹੈ ਜਾਂ ਪੁੰਨ ਹੈ? ਕਿਸ ਤਰ੍ਹਾਂ ਦੀ ਵਿਆਖਿਆ ਆਪਾਂ ਕਰਾਂਗੇ? ਇਸ ਲਈ ਗੁਰੂ ਸਾਹਿਬ ਇਹ ਕਹਿੰਦੇ ਹੈ ਕਿ ਕਈ ਵਾਰੀ ਸੱਚ ਜਾਂ ਝੂਠ ਉਸ ਦੇ ਪਿੱਛੇ ਭਾਵਨਾ ਦੇਖਣੀ ਪੈਂਦੀ ਹੈ। ਹੁਣ ਜਦੋਂ ਅਸੀਂ ਇਹ ਪਾਪ ਤੇ ਪੁੰਨ ਕਰਦੇ ਹਾਂ, ਇਹ ਦੋਨੋਂ ਸਾਡੀ ਮਾਨਸਿਕ ਬਿਰਤੀ ਹੈ। ਮਾਇਆ ਦਾ ਲਾਲਚ ਪਾਪ ਕਰਾਉਂਦਾ ਹੈ ਤੇ ਫਿਰ ਪਾਪ ਦਾ ਡਰ ਸਾਨੂੰ ਪੁੰਨ ਵਾਲੇ ਕਰਮ ਵਾਲੇ ਪਾਸੇ ਲਿਆਉਂਦਾ ਹੈ। ਬਈ ਅਸੀਂ ਪਾਪ ਕੀਤਾ, ਸ਼ਰਾਬ ਵੇਚ ਕੇ ਕਿਸੇ ਨੂੰ ਅਸੀਂ ਬਿਮਾਰ ਕੀਤਾ, ਤੇ ਲੇਕਿਨ ਮੈਂ ਸੋਚਦਾ ਕਿ ਨਹੀਂ ਇਹ ਹੈ ਤੇ ਪਾਪ ਸੀ, ਲੇਕਿਨ ਉਸ ਪਾਪ ਨੂੰ ਮੈਂ ਪੁੰਨ ਬਣਾਉਣਾ ਚਾਹੁੰਦਾ, ਮੈਂ ਆ ਕੇ ਲੰਗਰ ਲਗਾ ਦਿੰਦਾ, ਮੈਂ ਗੁਰਦੁਆਰੇ ਜਾ ਕੇ ਭੇਟਾਂ ਦੇ ਦਿੰਦਾ, ਮੈਂ ਕੋਈ ਮਾਇਆ ਦੇ ਦਿੰਦਾ, ਕੋਈ ਬਾਥਰੂਮ ਬਣਾ ਦਿੰਦਾ, ਠੀਕ ਹੈ ਜੀ ਮੈਂ ਬਣਾਵਾਂਗਾ, ਮੈਂ ਦਰੀਆਂ ਦੇ ਦਿਆਂਗਾ, ਮੈਂ ਇਹ ਕੰਮ ਕਰ ਦਿਆਂਗਾ। ਉਸ ਕੀਤੇ ਹੋਏ ਪਾਪ ਦੀ ਕਮਾਈ ਨੂੰ ਜਾਇਜ਼ ਠਹਿਰਾਉਣ ਦੇ ਲਈ ਆਪਾਂ ਪੁੰਨ ਕਰਮ ਵੱਲ ਕਰਦੇ ਹਾਂ। ਇਸ ਲਈ ਪਾਪ ਤੇ ਪੁੰਨ ਦੀ ਵਿਆਖਿਆ ਇਸ ਢੰਗ ਦੇ ਨਾਲ ਨਹੀਂ। ਗੁਰੂ ਸਾਹਿਬ ਕਹਿੰਦੇ ਭਈ ਇਹ ਸਾਡੀ ਆਪਣੀ ਮਾਨਸਿਕ ਬਿਰਤੀ ਹੈ ਤੇ ਅਸਲ ਦੇ ਵਿੱਚ ਇਹ ਹੈ। ਇਹ ਨਹੀਂ ਭਈ ਤੂੰ ਇਹਨਾਂ ਕਰਮਾਂ ਤੋਂ ਬਚ ਜਾਏਗਾ, ਜੇ ਮਾੜੇ ਕਰਮ ਕਰੇਗਾ ਉਹ ਤੇਰੇ ਲਈ ਪਾਪ ਵਾਲੇ ਕਰਮ ਕਰ ਰਹੇ ਨੇ। ਲੇਕਿਨ ਇਹ ਸਮਝ ਕਿ ਇਸ ਪਾਪ ਤੇ ਪੁੰਨ ਦੀ ਵਿਆਖਿਆ ਨੂੰ ਸਮਝਣ ਦੇ ਲਈ ਤੈਨੂੰ ਪਰਮਾਤਮਾ ਦੀ ਉਸ ਨਿਆਂ ਪ੍ਰਣਾਲੀ ਨੂੰ ਸਮਝਣਾ ਪਏਗਾ ਕਿ ਕਿਆ ਪਰਮਾਤਮਾ ਨੇ ਸ਼ਰਾਬ ਬਣਾਈ? ਪਰਮਾਤਮਾ ਨੇ ਅੰਗੂਰ ਬਣਾਏ, ਸ਼ਰਾਬ ਨਹੀਂ ਬਣਾਈ। ਅੰਗੂਰਾਂ ਤੋਂ ਸ਼ਰਾਬ ਅਸੀਂ ਬਣਾਈ ਹੈ, ਅਸੀਂ ਬਣਾਈ ਹੈ। ਪਰਮਾਤਮਾ ਨੇ ਇਤਨਾ ਕੋਈ ਸਾਨੂੰ ਖਾਣ ਪੀਣ ਪਹਿਨਣ ਨੂੰ ਦਿੱਤਾ, ਇਹ ਜੰਗਲ ਬਣਾਏ ਉਸਨੇ, ਅਸੀਂ ਜੰਗਲ ਕੱਟ ਕੇ ਅਸੀਂ ਬੁਰੀ ਹਾਲਤ ਕੀਤੀ। ਅੱਜ ਅਸੀਂ ਦੇਖਦੇ ਹਾਂ ਕਿ ਸਾਨੂੰ ਹਵਾ ਲੈਣ ਦੇ ਲਈ ਮੁਸ਼ਕਿਲ ਹੋ ਰਹੀ ਹੈ। ਕਰੋਨਾ ਕਾਲ ਦੇ ਵਿੱਚ ਸਾਨੂੰ ਆਕਸੀਜਨ ਦੇ ਸਿਲੰਡਰ ਨਹੀਂ ਮਿਲੇ, ਕਈ ਬੰਦੇ ਮਾਰੇ ਗਏ। ਅਸੀਂ ਘਾਣ ਕੀਤਾ ਮਨੁੱਖਤਾ ਦਾ, ਅਸੀਂ ਘਾਣ ਕੀਤਾ ਪ੍ਰਵਿਰਤੀ ਦਾ, ਅਸੀਂ ਘਾਣ ਕੀਤਾ ਸਮਾਜ ਦਾ। ਇਸ ਲਈ ਇਹ ਪਾਪ ਤੇ ਪੁੰਨ ਦੀ ਵਿਆਖਿਆ ਅਸੀਂ ਦੇਖਣਾ ਹੈ ਕਿ ਕਿਸ ਤਰ੍ਹਾਂ ਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਵੀ ਕੋਈ ਪਰਮਾਤਮਾ ਦੀ ਉਸ ਨਿਆਂ ਪ੍ਰਣਾਲੀ ਤੋਂ ਬਾਹਰ ਹੋ ਕੇ ਮਾੜੇ ਕਰਮ ਕਰਦਾ ਹੈ, ਉਹ ਮਾਨੋ ਪਾਪ ਵਾਲੇ ਕਰਮ ਨੇ। ਤੇ ਜਦੋਂ ਉਹ ਪਰਮਾਤਮਾ ਦੇ ਸਨਮੁਖ ਹੋ ਜਾਏਗਾ, ਉਹ ਕਦੀ ਵੀ ਮਾੜੇ ਕਰਮ ਕਿਸੇ ਦਾ ਬੁਰਾ ਸੋਚੇਗਾ ਹੀ ਨਹੀਂ, ਹਮੇਸ਼ਾ ਭਲੇ ਵਾਲੇ ਪਾਸੇ ਸੋਚੇਗਾ। ਇਸ ਲਈ ਗੁਰੂ ਸਾਹਿਬ ਕਹਿੰਦੇ ਆ ਬਈ ਇਸ ਸੱਚ ਗੱਲ ਨੂੰ ਸਮਝਣਾ ਪਏਗਾ ਕਿ ਅਸੀਂ ਆਪ ਕਰਦੇ ਹਾਂ, ਇਹ ਅਸੀਂ ਆਪ ਕਰਦੇ ਹਾਂ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਬਈ ਇਹ ਕਹਿਣ ਮਾਤਰ ਗੱਲਾਂ ਨਹੀਂ ਨੇ, ਅਸੀਂ ਰੱਖੀਏ ਧਿਆਨ ਬਈ ਨਹੀਂ ਜੇ ਮੈਂ ਚੰਗੇ ਕਰਮ ਕਰਾਂਗਾ ਤੇ ਮਾਨੋ ਪੁੰਨ ਵਾਲੇ ਕਰਮ ਨੇ, ਲੇਕਿਨ ਪਰਮਾਤਮਾ ਦੇ ਸਨਮੁਖ ਹੋ ਕੇ ਤਾਂ ਮੈਨੂੰ ਸਮਝ ਆਏਗੀ। ਜੋ ਕੁਝ ਮੈਂ ਕਰ ਰਿਹਾ ਹਾਂ ਇਹ ਮੈਂ ਆਪਣੇ ਸੰਸਕਾਰ ਆਪ ਕਰਦਾ, ਕਰ ਕਰ ਕਰਨਾ ਲਿਖ ਲੈ ਜਾਓ। ਗੁਰੂ ਸਾਹਿਬ ਇਸ ਦੀ ਉਦਾਹਰਨ ਦਿੰਦੇ ਹੈ, ਕਹਿੰਦੇ ਕਰਣੀ ਕਾਗਦ ਮਨ ਮਸਵਾਨੀ, ਬੁਰਾ ਭਲਾ ਦੋਏ ਲੇਖ ਪਏ।
ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ ਤੋ ਗੁਣ ਨਾਹੀ ਅੰਤ ਹਰੇ। ਰਹਾਉ ਵਿੱਚ ਕਹਿੰਦੇ ਹੈ ਕਿ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰ ਤੇਰੇ ਗੁਣ ਗਲਿਆ। ਇੱਥੇ ਫਿਰ ਉਹੀ ਗੱਲ ਆ ਗਈ ਭਈ ਪ੍ਰਮਾਤਮਾ ਤੂੰ ਦੂਰ ਕਿਉਂ ਹੈ ਇਹ ਬਾਵਰੇ ਮਨੁੱਖ, ਤੂੰ ਕਿਉਂ ਨਹੀਂ ਯਾਦ ਕਰਦਾ ਉਸ ਨੂੰ, ਕਿਉਂ ਨਹੀਂ ਚੇਤੇ ਕਰਦਾ? ਤੂੰ ਉਸ ਤੋਂ ਚੇਤੇ ਨਹੀਂ ਕਰਦਾ ਤੇ ਤੇਰੇ ਅੰਦਰ ਦੇ ਗੁਣ ਘਟਦੇ ਜਾ ਰਹੇ ਨੇ, ਸੜਦੇ ਜਾ ਰਹੇ ਨੇ, ਗਲਦੇ ਜਾ ਰਹੇ ਨੇ ਤੇ ਤੂੰ ਪਾਪ ਵਾਲੇ ਪਾਸੇ ਆ ਰਿਹਾ। ਲੇਕਿਨ ਕਰ ਤੂੰ ਆਪ ਰਿਹਾ। ਕਰਨੀ ਕਾਗਦ ਮਨ ਮਸਵਾਨੀ, ਬੁਰਾ ਭਲਾ ਦੋਏ ਲੇਖ ਪੇ। ਕਰਨੀ ਕਾਗਦ ਇਹ ਮਾਨੋ ਸਾਡਾ ਆਚਰਨਿਕ ਕਾਗਜ਼ ਹੈ। ਮਨ ਮਸਵਾਨੀ ਤੇ ਮਨ ਮਸਵਾਨੀ ਹੁੰਦਾ ਸਿਆਹੀ, ਭਾਵ ਮਨ ਦੇ ਵਿੱਚੋਂ ਇਹ ਜਿਹੜੇ ਫੁਰਨੇ ਉੱਠਦੇ ਆ ਚੰਗੇ ਜਾਂ ਮਾੜੇ, ਅਸੀਂ ਆਪਣਾ ਆਚਰਨ ਰੂਪੀ ਕਾਗਜ਼ ਦੇ ਉੱਪਰ ਜਾਂ ਚੰਗੇ ਲੇਖ ਲਿਖਦੇ ਹਾਂ ਜਾਂ ਮਾੜੇ ਲੇਖ ਲਿਖਦੇ ਹਾਂ, ਜਾਂ ਚੰਗੇ ਕਰਮ ਕਰਦੇ ਹਾਂ ਜਾਂ ਚੰਗੇ ਮਾੜੇ ਕਰਮ ਕਰਦੇ ਹਾਂ। ਉਸੇ ਤਰ੍ਹਾਂ ਦਾ ਸਾਡਾ ਜੀਵਨ ਬਣਦਾ, ਭਾਵ ਕਿ ਸਾਡੇ ਮਨ ਦੀ ਜਿਹੜੀ ਮਨੋਬਿਰਤੀ ਹੈ ਉਸ ਦਾ ਵਿਕਾਸ ਹੈ। ਜੋ ਸਾਡੇ ਮਨ ਦੇ ਵਿੱਚੋਂ ਫੁਰਨੇ ਨਿਕਲਦੇ, ਅਸੀਂ ਆਪਣਾ ਆਚਰਨ ਆਪ ਘੜ ਰਹੇ ਹਾਂ। ਬੁਰਾ ਭਲਾ ਦੋਏ ਲੇਖ ਪੇ, ਜਾਂ ਬੁਰੇ ਲੇਖ ਲਿਖ ਰਹੇ ਹਾਂ ਜਾਂ ਚੰਗੇ ਲੇਖ ਲਿਖ ਰਹੇ ਹਾਂ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ ਤੋ ਗੁਣ ਨਾਹੀ ਅੰਤ ਹਰੇ। ਤੇ ਫਿਰ ਉਹਨਾਂ ਹੀ ਬੁਰੇ ਜਾਂ ਚੰਗੇ ਲੇਖਾਂ ਦੇ ਲਿਖੇ ਅਨੁਸਾਰ ਜਿਸ ਤਰ੍ਹਾਂ ਦੇ ਸਾਡੇ ਸੰਸਕਾਰ ਘੜੇ ਜਾ ਰਹੇ ਨੇ, ਅਸੀਂ ਆਪਣੇ ਕਰਮ ਕਰਦੇ ਹਾਂ। ਇਸ ਲਈ ਇਸ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਵੀ ਕਿਸੇ ਦੂਜੇ ਨੂੰ ਦੋਸ਼ ਨਹੀਂ ਦੇਣਾ, ਤੂੰ ਆਪ ਗੁਨਾਹਗਾਰ ਹੈ, ਤੂੰ ਆਪ ਕੰਟਰੀਬਿਊਟਰ ਹੈ ਚੰਗੇ ਜਾਂ ਮਾੜੇ ਕਰਮ ਕਰਨ ਦੇ। ਇਸ ਉੱਪਰ ਕਿਸੇ ਨੂੰ ਦੋਸ਼ ਨਹੀਂ ਦੇਣਾ। ਮੇਰੇ ਸਾਹਿਬਾ ਹਉ ਆਪੇ ਭਰਮ ਭੁਲਾਣੀ, ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ। ਸੱਚੇ ਪਾਤਸ਼ਾਹ ਮੈਂ ਤਾਂ ਆਪ ਭੁੱਲੀ ਹੋਈ ਹਾਂ, ਤੇਰੇ ਮਾਰਗ ਤੋਂ ਥਿੜਕੀ ਹੋਈ ਹਾਂ, ਅਤੇ ਜੋ ਕੁਝ ਲਿਖ ਰਹੀ ਹਾਂ ਮੈਂ ਜੀਵਨ ਦੀ ਬਣਾਵਟ ਤੇ ਜਾਣਦੀ ਨਹੀਂ, ਉਹ ਜੀਵਨ ਜੁਗਤੀ ਜਾਣਦੀ ਨਹੀਂ ਜਿਹੜੇ ਤੇਰੇ ਪਾਸੇ ਲੈ ਜਾ ਸਕਦੀ ਹੈ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣੇ ਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਜੋ ਕੁਝ ਮੈਂ ਬੀਜਿਆ ਹੈ, ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਅੱਗੇ ਆ ਕੇ, ਆਪੇ ਬੀਜ ਆਪੇ ਹੀ ਖਾਓ। ਜੋ ਕੁਝ ਮੈਂ ਬੀਜਿਆ ਉਹ ਤੇ ਫਲ ਮੈਨੂੰ ਪ੍ਰਾਪਤ ਹੋਣਾ ਹੀ ਹੋਣਾ। ਜੋ ਜੀ ਹੋਏ ਸੋ ਉਗਵੈ ਮੋਹ ਕਾ ਕਿਆ ਵਾਓ, ਬੀਜੇ ਬਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਂ ਬਈ ਕੈਸਾ ਨਿਆਂ ਹੈ, ਬੀਜਦਾ ਤੂੰ ਬਿਖ ਹੈ, ਜ਼ਹਿਰ ਬੀਜ ਰਿਹਾ ਤੇ ਆਖੇ ਮੈਨੂੰ ਅੰਮ੍ਰਿਤ ਮਿਲੇਗਾ, ਕਿਵੇਂ ਹੋ ਸਕਦਾ? ਬੀਜ ਰਿਹਾ ਤੂੰ ਜ਼ਹਿਰ ਤੇ ਫਿਰ ਉਮੀਦ ਕਰੇ ਕਿ ਨਹੀਂ ਮੈਨੂੰ ਅੰਮ੍ਰਿਤ ਮਿਲ ਜਾਏ, ਉਹ ਨਹੀਂ ਹੋ ਸਕਦਾ। ਜਿਸ ਤਰ੍ਹਾਂ ਦਾ ਜੈਸਾ ਬੀਜੈ ਸੋ ਲੁਣਾ, ਕਰਮਾ ਸੰਦੜਾ ਖੇਤ। ਕਿਉਂਕਿ ਇਹ ਮਾਨੋ ਇੱਕ ਜੀਵਨ ਜਿਹੜਾ ਸਾਡਾ ਨਾ ਇੱਕ ਖੇਤ ਹੈ, ਇਸ ਦੇ ਵਿੱਚ ਜਿਸ ਤਰ੍ਹਾਂ ਦਾ ਬੀਜ ਅਸੀਂ ਬੀਜਾਂਗੇ ਉਸੇ ਤਰ੍ਹਾਂ ਦਾ ਫਲ ਸਾਨੂੰ ਮਿਲੇਗਾ, ਉਸੇ ਤਰ੍ਹਾਂ ਦੀ ਫਸਲ ਉੱਗੇਗੀ। ਇਸ ਲਈ ਗੁਰੂ ਸਾਹਿਬ ਕਹਿੰਦੇ, ਉਦਾਹਰਨ ਦਿੰਦੇ ਆ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹ ਪਾਣੀ। ਹੋਏ ਕਿਰਸਾਨ ਇਮਾਨ ਜਮਾਏ ਲੈ, ਪਿਸਤ ਦੋਜ਼ਕ ਮੂੜੇ ਏਵ ਜਾਣੀ। ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਕਹਿੰਦੇ ਇਸ ਜੀਵਨ ਨੂੰ ਜਾਂ ਇਸ ਸਰੀਰ ਨੂੰ ਮਾਨੋ ਇੱਕ ਸੋਹਣੀ ਧਰਤੀ ਬਣਾ। ਜਿਵੇਂ ਇੱਕ ਕਿਸਾਨ ਹੈ ਨਾ, ਉਹ ਧਰਤੀ ਨੂੰ ਪਹਿਲਾਂ ਤਿਆਰ ਕਰਦਾ ਆਪਣੀ ਫਸਲ ਬੀਜਣ ਦੇ ਲਈ, ਪਹਿਲਾਂ ਬੀਜ ਬੀਜਣ ਦੇ ਲਈ ਉਸ ਧਰਤੀ ਨੂੰ ਤਿਆਰ ਕਰਦਾ, ਉਸ ਦੇ ਵਿੱਚ ਹਲ ਬਾਉਂਦਾ ਹੈ, ਉਸ ਦੇ ਵਿੱਚ ਸੁਹਾਗਾ ਫੇਰਦਾ ਹੈ, ਉਸ ਦੇ ਵਿੱਚ ਪਾਣੀ ਉਸ ਨੂੰ ਲਾਉਂਦਾ ਹੈ, ਵੱਤਰ ਦਿੰਦਾ ਹੈ, ਫਿਰ ਬੀਜ ਬੀਜਦਾ ਅਤੇ ਫਿਰ ਉਸ ਦੀ ਪੂਰੀ ਰਾਖੀ ਵੀ ਕਰਦਾ। ਕਹਿੰਦੇ ਇਸੇ ਤਰ੍ਹਾਂ ਤੂੰ ਆਪਣੇ ਇਸ ਸਰੀਰ ਰੂਪੀ ਧਰਤੀ ਜਾਂ ਇਸ ਜੀਵਨ ਨੂੰ ਤਿਆਰ ਕਰ, ਅਮਲਾਂ ਦੀ ਧਰਤੀ ਕਰ, ਚੰਗੇ ਅਮਲ ਕਰ। ਇਸ ਧਰਤੀ ਦੇ ਵਿੱਚ ਬੀਜ ਕਿਹੜਾ? ਬੀਜ ਸ਼ਬਦੋ ਕਰ। ਸ਼ਬਦ ਦਾ ਬੀਜ ਬੀਜ, ਸ਼ਬਦ ਦਾ ਬੀਜ ਬੀਜੇਗਾ ਤੇ ਫਸਲ ਉੱਗੇਗੀ ਨਾਮ ਵਾਲੀ, ਚੰਗੇ ਗੁਣਾਂ ਵਾਲੀ, ਸ਼ੁਭ ਗੁਣਾਂ ਵਾਲੀ, ਪੁੰਨ ਕਰਮਾਂ ਵਾਲੀ। ਤੇ ਫਿਰ ਜੀਵਨ ਤੇਰਾ ਸਵਰੇਗਾ, ਪਰਮਾਤਮਾ ਵਾਲੇ ਪਾਸੇ ਜਾਏਗਾ ਤੇ ਫਿਰ ਤੈਨੂੰ ਫਲ ਵੀ ਕਿਹੜਾ ਮਿਲੇਗਾ? ਅੰਮ੍ਰਿਤ ਰੂਪੀ ਫਲ ਮਿਲੇਗਾ। ਹੋਏ ਕਿਰਸਾਨ ਇਮਾਨ ਜਮਾਇਲ ਹੈ, ਉਸ ਪਰਮਾਤਮਾ ਦੇ ਉੱਪਰ ਪੂਰਨ ਭਰੋਸਾ ਰੱਖ ਕੇ ਸੱਚੇ ਪਾਤਸ਼ਾਹ ਤੂੰ ਹੀ ਮੇਰਾ ਪ੍ਰਤਪਾਲਕ ਹੈ, ਤੂੰ ਹੀ ਮੈਨੂੰ ਦੇਣ ਵਾਲਾ ਹੈ, ਇਹ ਜੀਵਨ ਤੂੰ ਦਿੱਤਾ ਹੈ, ਇਹ ਜੀਵਨ ਤੇਰੇ ਲੇਖੇ ਲੱਗ ਜਾਏ, ਮੈਂ ਉਸ ਤਰ੍ਹਾਂ ਦੇ ਚੰਗੇ ਅਮਲ ਕਰਾਂ, ਚੰਗੇ ਕਰਮ ਕਰਾਂ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ, ਆਬ ਹੁੰਦਾ ਪਾਣੀ, ਤੁਸੀਂ ਸਾਰੇ ਜਾਣਦੇ ਹੋ। ਸੱਚ ਕੀ ਆਬ ਨਿਤ ਦੇ ਪਾਣੀ, ਉਹ ਕਿਹੜਾ? ਨਾਮ ਰੂਪੀ ਜਲ ਪਾਈ ਜਾ। ਇਸ ਦੇ ਵਿੱਚ ਸ਼ਬਦ ਦਾ ਬੀਜ ਬੀਜ, ਨਾਮ ਰੂਪੀ ਜਲ ਪਾਈ ਜਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੋਏ ਈਮਾਨ, ਇਹ ਫਿਰ ਭਰੋਸਾ ਰੱਖ ਪਰਮਾਤਮਾ ਦੇ ਉੱਪਰ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਹੈ ਕਿ ਇਸ ਤਰ੍ਹਾਂ ਦਾ ਬੀਜ ਬੀਜੇਗਾ ਅਤੇ ਫਿਰ ਫਸਲ ਮਿਲੇਗੀ ਤੈਨੂੰ ਨਾਮ ਦੀ, ਸ਼ੁਭ ਗੁਣਾਂ ਦੀ, ਚੰਗੇ ਜੀਵਨ ਦੀ ਘਾਟ ਤੇਰੀ ਬਣ ਜਾਏਗੀ। ਲੇਕਿਨ ਗੁਰੂ ਸਾਹਿਬ ਕਹਿੰਦੇ ਹੈ ਕਿ ਇਹ ਧਿਆਨ ਰੱਖੀ, ਮਤ ਇਸੇ ਸ਼ਬਦ ਦੇ ਰਹਾਉ ਦੇ ਵਿੱਚ, ਮਤ ਜਾਣ ਸ਼ਹਿ ਗੱਲੀ ਪਾਇਆ। ਬਈ ਗੱਲਾਂ ਦੇ ਨਾਲ ਪਰਮਾਤਮਾ ਨਹੀਂ ਮਿਲਣਾ। ਬਈ ਮੈਂ ਆਖਾਂ ਜੀ ਮੈਂ ਵਾਹਿਗੁਰੂ, ਮੈਂ ਬੜਾ ਲੰਬੇ ਟੇਕ ਪੈ ਕੇ ਇੱਥੇ ਮੱਥਾ ਟੇਕਾਂ, ਮੈਂ ਬੜੇ ਪ੍ਰਕਰਮਾਂ ਵੀ ਕਰਾਂ, ਮੈਂ ਚੋਰ ਵੀ ਕਰਾਂ, ਲੇਕਿਨ ਮੇਰੇ ਕਰਮ ਜਿਹੜੇ ਉਸ ਤਰ੍ਹਾਂ ਦੇ ਨਾ ਹੋਣ, ਮੇਰੇ ਕਰਮ ਮੱਥਾ ਟੇਕਣ ਅਨੁਸਾਰੀ ਨਾ ਹੋਣ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ। ਕਹਿੰਦੇ ਕਿ ਅਪਰਾਧੀ ਬੰਦਾ ਨਾ ਕੀ ਕਰਦਾ?
ਜਿਵੇਂ ਇੱਕ ਬੰਦਾ ਸ਼ਿਕਾਰੀ ਹੈ, ਸ਼ਿਕਾਰੀ ਹਿਰਨ ਨੂੰ ਮਾਰਨਾ ਚਾਹੁੰਦਾ ਹੈ, ਉਹ ਕੀ ਕਰਦਾ, ਲੇਟ ਕੇ ਗੋਲੀ ਮਾਰਦਾ, ਛੁਪਦਾ ਕਿ ਕਿਤੇ ਹਿਰਨ ਮੈਨੂੰ ਨਾ ਦਿਖ ਜਾਏ, ਪੱਥਰ ਪਿੱਛੇ ਛੁਪੇਗਾ, ਝਾੜੀਆਂ ਪਿੱਛੇ ਛੁਪੇਗਾ। ਲੇਟ ਤੇ ਉਹ ਵੀ ਰਿਹਾ, ਕਹਿੰਦੇ ਇਸੇ ਤਰ੍ਹਾਂ ਲੇਟ ਤੇ ਤੂੰ ਵੀ ਰਿਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗੇ। ਲੇਕਿਨ ਤੇਰੀ ਭਾਵਨਾ ਕੀ ਹੈ ਕਿ ਮੈਂ ਕੀਤੇ ਪਾਪ ਕਰਮ ਤੇ ਉਸ ਮਾੜੀ ਕਮਾਈ ਨੂੰ ਮੈਂ ਇੱਥੇ ਆ ਕੇ ਜਾਇਜ਼ ਠਹਿਰਾ ਦਾਂ, ਇਹਨੂੰ ਜਸਟੀਫਾਈਡ ਕਰਾਂ, ਕੋਈ ਦਾਨ ਪੁੰਨ ਕਰਕੇ, ਕੋਈ ਭੇਟ ਕਰਕੇ, ਕੋਈ ਸੇਵਾ ਕਰਕੇ। ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਚਲੇਗਾ, ਤੈਨੂੰ ਕਰਮ ਆਪਣੇ ਪਵਿੱਤਰ ਕਰਨੇ ਪੈਣਗੇ, ਤੂੰ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਜਾਏ, ਕਿਉਂਕਿ ਜਿਸ ਤਰ੍ਹਾਂ ਦਾ ਬੀਜ ਤੂੰ ਬੀਜ ਰਿਹਾ ਨਾ ਉਸੇ ਤਰ੍ਹਾਂ ਦਾ ਫਲ ਤੈਨੂੰ ਖਾਣਾ ਪੈਣਾ ਹੈ। ਮਤ ਜਾਣ ਸ਼ੈ ਗੱਲੀ ਪਾਇਆ, ਮਾਲ ਕੈ ਮਾਣੈ ਰੂਪ ਕੀ ਸ਼ੋਭਾ, ਇਤ ਬਿੱਧੀ ਜਨਮ ਗਵਾਇਆ। ਜੇ ਇਹ ਧਾਰਨਾ ਰੱਖੇਗਾ ਕਿ ਕੇਵਲ ਗੱਲਾਂ ਦੇ ਨਾਲ ਮੈਂ ਪ੍ਰਮਾਤਮਾ ਨੂੰ ਪਾ ਲਵਾਂ, ਆਪਣੇ ਪਦਾਰਥਾਂ ਦੇ ਮਾਣ ਦੇ ਵਿੱਚ ਰਵੇਂਗਾ, ਰੂਪ ਦੀ ਸ਼ੋਭਾ ਦੇ ਵਿੱਚ ਰਵੇਂਗਾ, ਵਾਹ 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 ਇਹ ਮੇਰਾ ਰੂਪ ਬੜਾ ਸੋਹਣਾ, ਮੇਰੇ ਵਰਗਾ ਕੌਣ ਹੈ। ਕਹਿੰਦੇ ਇਹਨਾਂ ਗੱਲਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਕੇਵਲ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ। ਇਸ ਲਈ ਗੁਰੂ ਸਾਹਿਬ ਸਾਨੂੰ ਇਹ ਮਿਸਾਲ ਦਿੰਦੇ ਹੈ ਕਿ ਇਹ ਪੁੰਨ ਤੇ ਪਾਪ ਅਸਲ ਦੇ ਵਿੱਚ ਹਨ, ਅਤੇ ਇਹ ਸੰਸਾਰ ਦੇ ਅੰਦਰ ਵਿਚਰਦਿਆਂ ਜੇ ਸਾਡੀ ਮੱਤ ਮਲੀਨ ਹੋ ਜਾਏ ਪਾਪਾਂ ਦੇ ਨਾਲ, ਤੇ ਧੋਤੀ ਵੀ ਕੇਵਲ ਪਰਮਾਤਮਾ ਦੇ ਨਾਮ ਦੇ ਨਾਲ ਧੋਤੀ ਜਾ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਕਿਉਂਕਿ ਧੋਤੀ ਹੋਈ, ਸਾਫ਼ ਹੋਈ, ਪਵਿੱਤਰ ਹੋਈ ਮੱਤ ਦੇ ਵਿੱਚੋਂ ਹੀ ਵਿਚਾਰ ਚੰਗੇ ਨਿਕਲਣਗੇ, ਅਤੇ ਚੰਗੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਕਰਮ ਚੰਗੇ ਬਣਨਗੇ। ਇਸ ਲਈ ਮੱਤ ਨੂੰ ਧੋਂਦੇ ਰਹਿਣਾ ਕਿਸ ਦੇ ਨਾਲ, ਨਾਮ ਜਲ ਦੇ ਨਾਲ ਬੜਾ ਜ਼ਰੂਰੀ ਹੈ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਕਿਲਬਿਖ ਜਿਤ ਸਿਮਰਤ ਸਭ ਕਿਲਬਿਖ ਪਾਪ ਉਤਰੇ। ਕਹਿੰਦੇ ਪਰਮਾਤਮਾ ਦੇ ਨਾਮ ਜਪੀ ਜਾ ਬਈ, ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਕਹਿੰਦੇ ਰਾਮਾਂ ਦੇ ਦਾਸ, ਉਹ ਸਰੋਵਰ ਨਹੀਂ ਜਿਸ ਦੀ ਗੱਲ ਆਪਾਂ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ ਆ ਉਹ ਰਾਮ ਦੇ ਦਾਸਾਂ ਦੇ ਸਰੋਵਰ, ਭਾਵ ਇਹ ਸਤਸੰਗੀ ਸਰੋਵਰ ਜਿੱਥੇ ਆਪਾਂ ਬੈਠੇ ਹਾਂ। ਇਸ ਸਰੋਵਰ ਦੇ ਵਿੱਚ ਜਿਹੜਾ ਨਾਮ ਜਲ, ਇਹ ਪਰਮਾਤਮਾ ਦੀ ਸਿਫਤ ਸਲਾਹ ਜਿਹੜੀ ਅਸੀਂ ਕਰ ਰਹੇ ਹਾਂ, ਇਸ ਦੇ ਨਾਲ ਜਦੋਂ ਤੂੰ ਆਪਣੇ ਮਨ ਦੀ ਮੈਲ ਨੂੰ ਧੋਏਂਗਾ, ਇੱਥੇ ਤੇਰੀ ਮੈਲ ਉਤਰ ਜਾਣੀ ਹੈ, ਤੂੰ ਪਵਿੱਤਰ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਰ ਕਾ ਨਾਮ ਕੋਟ ਪਾਪ ਖੋਵੈ, ਪਰਮਾਤਮਾ ਦਾ ਨਾਮ ਹੀ ਕਰੋੜਾਂ ਪਾਪਾਂ ਦੀ ਮੈਲ ਧੋ ਦਿੰਦਾ ਹੈ, ਖਤਮ ਕਰ ਦਿੰਦਾ ਇਸ ਮੈਲ ਨੂੰ। ਇਸ ਲਈ ਗੁਰੂ ਸਾਹਿਬ ਸਾਨੂੰ ਇਹ ਸੇਧ ਬਖਸ਼ਿਸ਼ ਕਰਦੇ ਹੈ ਕਿ ਜਦੋਂ ਸਾਡੇ ਕਰਮ ਚੰਗੇ ਹੋਣ, ਮਤ ਸਾਡੀ ਪਵਿੱਤਰ ਹੋ ਜਾਏ, ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਵਿਚਾਰ ਚੰਗੇ ਨਿਕਲਣਗੇ, ਅਤੇ ਸਾਨੂੰ ਇਹ ਸਮਝ ਆਏਗਾ ਬਈ ਅਸਲ ਦੇ ਵਿੱਚ ਪਾਪ ਅਤੇ ਪੁੰਨ ਕੀ ਹੈ। ਅਸੀਂ ਪਾਪ ਪਰਮਾਤਮਾ ਦੇ ਸਨਮੁਖ ਹੋ ਕੇ ਪਾਪਾਂ ਤੋਂ ਬਚੇ ਰਹਾਂਗੇ, ਅਤੇ ਜੇ ਪਰਮਾਤਮਾ ਤੋਂ ਬੇਮੁਖ ਹੋ ਗਏ ਤੇ ਫਿਰ ਪਾਪਾਂ ਵਾਲੇ ਪਾਸੇ ਤੁਰਦੇ ਫਿਰਾਂਗੇ, ਸਾਡਾ ਜੀਵਨ ਖੁਆਰ ਹੋ ਜਾਏਗਾ। ਉਸੇ ਤਰ੍ਹਾਂ ਦਾ ਸਾਡਾ ਬੀਜ ਹੋਏਗਾ, ਉਸੇ ਤਰ੍ਹਾਂ ਦੀ ਸਾਨੂੰ ਫਿਰ ਫਸਲ ਪ੍ਰਾਪਤ ਹੋਣੀ ਹੈ, ਜੀਵਨ ਦੇ ਵਿੱਚ ਖੁਆਰੀ ਹੋ ਜਾਣੀ ਹੈ। ਉਸ ਦੇ ਹੁਕਮ ਅਦੂਲੀ ਕਰਕੇ ਤੇ ਫਿਰ ਕੀ ਹੋਏਗਾ, ਨਾਨਕ ਹੁਕਮੀ ਆਵੋ ਜਾਓ, ਭਟਕਣਾ ਵਿੱਚ ਪੈ ਰਹਾਂਗੇ। ਲੇਕਿਨ ਇਸ ਭਟਕਣਾ ਤੋਂ ਰਹਿਤ ਤਾਂ ਹੋ ਸਕਦੇ ਹਾਂ ਜੇ ਅਸੀਂ ਇਸ ਗੱਲ ਨੂੰ ਸਮਝ ਆਈਏ ਕਿ ਸੱਚੇ ਪਾਤਸ਼ਾਹ ਤੇਰਾ ਨਾਮ ਹੀ ਮੇਰੇ ਜੀਵਨ ਦਾ ਆਸਰਾ ਹੈ, ਸਹਾਰਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰ, ਤੂੰ ਆਪਣੇ ਨਾਮ ਦੀ ਦਾਤ ਬਖਸ਼ ਤਾਂ ਕਿ ਤੇਰੇ ਨਾਮ ਦੇ ਨਾਲ ਜੁੜ ਕੇ ਮੈਂ ਇਹ ਪਾਪ ਤੇ ਪੁੰਨ ਨੂੰ ਸਮਝ ਸਕਾਂ। ਮੈਂ ਪਾਪ ਵਾਲੇ ਪਾਸੇ ਨਾ ਜਾਵਾਂ, ਮੈਂ ਪੁੰਨ ਵਾਲੇ ਪਾਸੇ ਜਾਵਾਂ। ਮੇਰੇ ਅੰਦਰ ਧਰਮ ਆ ਜਾਏ, ਮੇਰੇ ਅੰਦਰ ਦਇਆ ਆ ਜਾਏ, ਮੇਰੇ ਅੰਦਰ ਸਹਿਨਸ਼ੀਲਤਾ ਆ ਜਾਏ, ਮੇਰੇ ਅੰਦਰ ਸੰਜਮ ਆ ਜਾਏ, ਮੇਰੇ ਅੰਦਰ ਗਿਆਨ ਆ ਜਾਏ, ਮੇਰੇ ਅੰਦਰ ਇੱਕ ਨਿਆਂ ਪ੍ਰਣਾਲੀ ਜਿਹੜੀ ਤੂੰ ਪੈਦਾ ਕੀਤੀ ਹੋਈ ਹੈ, ਮੈਂ ਉਸ ਨਿਆਂ ਪ੍ਰਣਾਲੀ ਦੇ ਅਧੀਨ ਰਹਿ ਕੇ ਸਾਰੇ ਸੰਸਾਰ ਦੇ ਲਈ ਇੱਕ ਬਰਾਬਰ ਦਾ ਨਿਆਂ ਕਾਇਮ ਕਰਨ ਦੇ ਲਈ ਯਤਨਸ਼ੀਲ ਰਵਾਂ, ਤਾਂ ਕਿ ਮੈਂ ਪਾਪ ਤੋਂ ਬਚਿਆ ਰਵਾਂ। ਗੁਰੂ ਸਾਹਿਬ ਨੇ ਇਹ ਸੇਧ ਸਾਨੂੰ ਅੱਜ ਦੀ ਇਸ ਪੌੜੀ ਅੰਦਰ ਬਖਸ਼ਿਸ਼ ਕੀਤੀ ਹੈ। ਸਤਿਗੁਰ ਪਾਤਸ਼ਾਹ ਰਹਿਮਤ ਕਰਨ ਕਿ ਬਾਣੀ ਦੀ ਡੂੰਘਾਈ ਬਹੁਤ ਹੈ, ਉੱਥੇ ਤੱਕ ਸਾਡਾ ਪਹੁੰਚਣਾ ਬੜਾ ਮੁਸ਼ਕਿਲ ਹੈ, ਪਰ ਤੁਛ ਬੁੱਧੀ ਅਨੁਸਾਰੀ ਗੁਰੂ ਨੇ ਜੋ ਬਖਸ਼ਿਸ਼ ਕੀਤੀ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਬਖਸ਼ਿਸ਼ ਕੀਤੀ, ਅੱਜ ਦੀ ਪੌੜੀ ਦੀ ਵਿਚਾਰ ਤੁਹਾਡੇ ਸਨਮੁਖ ਰੱਖਣ ਦਾ ਯਤਨ ਕੀਤਾ ਹੈ। ਬੋਲਦਿਆਂ, ਬਾਣੀ ਦੀ ਵਿਚਾਰ ਕਰਦਿਆਂ, ਪ੍ਰਮਾਣ ਦਿੰਦਿਆਂ ਜਾਂ ਹੋਰ ਵਿਆਖਿਆ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਜਾਣਦੀਆਂ, ਆਪ ਅਣਜਾਣ ਸਮਝ ਕੇ ਮਾफ़ ਕਰਨਾ ਜੀ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਸਮਾਗਮ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਹਨ। ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਜੋ ਸਮਾਂ ਕੱਢ ਕੇ ਬੜੀ ਇਕਾਗਰਤਾ ਦੇ ਨਾਲ ਇਹ ਵਿਚਾਰ ਸਰਵਣ ਕਰਦੇ ਹੋ, ਅਤੇ ਕੋਟਾਨ ਕੋਟ ਧੰਨਵਾਦ ਹੈ ਪ੍ਰਬੰਧਕ ਵੀਰਾਂ ਦਾ ਵੀ, ਜਿਨ੍ਹਾਂ ਨੇ ਇਤਨਾ ਵੱਡਾ ਉਪਰਾਲਾ ਕੀਤਾ, ਸਾਨੂੰ ਵੀ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਮੌਕਾ ਦਿੱਤਾ। ਆਓ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸੱਚੇ ਪਾਤਸ਼ਾਹ ਕਿਰਪਾ ਕਰ, ਸਾਡੀ ਮਤ ਬੁੱਧੀ ਇਹ ਜਿਹੜੀ ਮਲੀਨ ਹੋਈ ਵਿਕਾਰਾਂ ਦੇ ਨਾਲ ਤੇਰੇ ਨਾਮ ਦੇ ਨਾਲ ਜੁੜ ਕੇ ਅਸੀਂ ਇਸ ਨੂੰ ਪਵਿੱਤਰ ਸਾਫ਼ ਕਰ ਸਕੀਏ, ਅਤੇ ਸੰਸਾਰ ਦੇ ਅੰਦਰ ਇੱਕ ਚੰਗੀ ਵਿਚਾਰਧਾਰਾ ਲੈ ਕੇ ਆਪ ਹੀ ਆਪਣਾ ਜੀਵਨ ਜੀਵੀਏ, ਅਤੇ ਚੰਗੀ ਵਿਚਾਰਧਾਰਾ ਸਾਰੇ ਸੰਸਾਰ ਨੂੰ ਦੇ ਕੇ ਇੱਕ ਸੁੰਦਰ ਫੁਲਵਾੜੀ ਜਿਹੜੀ ਹੈ ਸਮਾਜ ਦੀ ਸਿਰਜਣ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ। ਹੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।